Hello, dear students. I hope you all are doing really good. Welcome to your own English learning channel, Truestone English Guru. So, ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ task 1. First of all, thank you so much for loving our task 2. ਰਾਈਟ ਸੋ ਸਾਨੂੰ ਬੱਚਿਆਂ ਨੇ ਮੈਸੇਜ ਕੀਤੇ ਸੀ ਕਮੈਂਟਸ ਕੀਤੇ ਸੀਗੇ ਕਿ ਉਹਨਾਂ ਨੂੰ ਟਾਸਕ 1 ਦੇ ਵਿੱਚ ਪ੍ਰੋਬਲਮ ਹੈ ਅਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਟਾਸਕ 1 ਜਿਹਦੇ 'ਚ ਅਸੀਂ ਬਾਰਗ੍ਰਾਫ ਡਿਸਕਸ ਕੀਤਾ ਹੈ। ਸੋ ਵੀਡੀਓ ਥੋੜ੍ਹੀ ਜਿਹੀ ਲੰਬੀ ਹੈ ਬਿਕਾਜ਼ ਅਸੀਂ ਸਿਰਫ ਸਟਰਕਚਰ ਦੀ ਗੱਲ ਨਹੀਂ ਕੀਤੀ। ਇਹ ਨਹੀਂ ਕਿ ਟਾਸਕ 1 ਲਿਖ ਕੇ ਅਤੇ ਤੁਹਾਨੂੰ ਡਿਸਕਸ ਕਰਤਾ ਵੀ ਆਹ ਲਿਖ ਦਿਓ। ਅਸੀਂ ਪ੍ਰੋਪਰ ਫਾਰਮੂਲਾਜ਼, ਪ੍ਰੋਪਰ ਗ੍ਰਾਮਰ, ਪ੍ਰੋਪਰ ਸਟਰਕਚਰਸ ਨੂੰ ਡਿਸਕਸ ਕੀਤਾ ਹੈ ਕਿ ਅਸੀਂ ਲਾਈਨਾਂ ਕਿੱਦਾਂ ਬਣਾਉਣੀਆਂ, ਕਿਉਂਕਿ ਇਹ ਰੱਟਾਫਿਕੇਸ਼ਨ ਨਹੀਂ ਹੈ ਕਿ ਤੁਸੀਂ ਰੱਟ ਲਿਆ ਅਤੇ ਲਿਖ ਲਿਆ। ਤੁਹਾਨੂੰ ਪ੍ਰੋਪਰ ਅਸੀਂ ਦੱਸਿਆ ਹੈ ਗ੍ਰਾਮਰ ਦੇ ਹਿਸਾਬ ਨਾਲ, ਸਟਰਕਚਰ ਦੇ ਹਿਸਾਬ ਨਾਲ ਵੀ ਕਿੱਦਾਂ ਲਾਈਨ ਬਣਾਉਣੀ ਹੈ, ਕੋਈ ਵੀ ਲਾਈਨ ਬਣਾਉਣੀ ਹੈ ਅਤੇ ਕਿੱਦਾਂ ਬਣਾਉਣੀ ਹੈ। ਤੁਸੀਂ ਵੀਡੀਓ ਐਂਡ ਤੱਕ ਦੇਖੋ, ਆਪਣੇ ਹੱਥ ਵਿੱਚ ਨੋਟਬੁੱਕ ਔਰ ਪੈਨ ਲੈ ਕੇ ਨਾਲ ਨਾਲ ਨੋਟ ਕਰੋ ਐਂਡ ਆਈ ਅਸ਼ੋਰ ਯੂ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਔਰ ਜੇ ਤੁਸੀਂ ਇਸ ਸਟਰਕਚਰ ਨੂੰ ਫੋਲੋ ਕਰੋਗੇ ਤੁਹਾਡੇ ਬੈਨ ਜ਼ਰੂਰ ਆਉਣਗੇ। So what are you waiting for? Let's get started. So now let's start with task 1. So ਸਾਡਾ ਜਿਹੜਾ task 1 ਅੱਜ ਅਸੀਂ ਬਾਰਗ੍ਰਾਫ ਡਿਸਕਸ ਕਰਾਂਗੇ। ਇਹ 150 words to 180 words ਦੀ ਸਾਡੀ word limit ਹੁੰਦੀ। We can go up to 180 words. Now let's read out the statement. The diagram shows information about member attendance at various clubs in a metro city. ਸੋ ਇਹਦੇ ਵਿੱਚ ਬਾਰਗ੍ਰਾਫ ਦੇ ਵਿੱਚ ਉਹਨਾਂ ਨੇ ਮੈਂਬਰ ਅਟੈਂਡੈਂਸ ਮਤਲਬ ਕਿੰਨੇ ਵਿਜ਼ਿਟਰਸ ਨੇ ਵਿਜ਼ਿਟ ਕੀਤਾ, ਕਿੰਨੇ ਮੈਂਬਰਸ ਨੇ ਕਲੱਬਸ ਦੇ ਵਿੱਚ, ਵੇਰੀਅਸ ਕਲੱਬਸ ਦੇ ਵਿੱਚ ਵਿਜ਼ਿਟ ਕੀਤਾ ਇਨ ਅ ਮੈਟਰੋ ਸਿਟੀ। ਦੇਖੋ ਇਹ 'ਚ 4 ਕਲੱਬਸ ਦਿੱਤੇ ਨੇ। ਪਹਿਲਾ ਹੈ ਫ੍ਰੈਂਚ ਕਲੱਬ ਵਿਚ ਇਜ਼ blue in color, then second is British club, black in color, American club, red in color, and Japanese club, green in color। ਹੋਰ ਇਹਦੇ ਵਿੱਚ ਦੇਖੋ ਨੰਬਰ ਆਫ ਵਿਜ਼ਿਟਰਸ ਦਿੱਤੇ ਨੇ। ਅਸੀਂ ਇਹਦੇ ਵਿੱਚ ਸਮਰਾਈਜ਼ ਕਰਨੀ ਹੈ ਇਨਫੋਰਮੇਸ਼ਨ ਔਰ ਰੈਲੇਵੈਂਟ ਕੰਪੈਰੀਜ਼ਨਸ ਜਾਂ ਜਿਹੜੇ ਵੀ ਮੇਨ ਇੰਪੋਰਟੈਂਟ ਇਨਫੋਰਮੇਸ਼ਨ ਅਸੀਂ ਉਹ ਡਿਸਕਸ ਕਰਾਂਗੇ। ਹੁਣ ਇਹਦੇ ਵਿੱਚ ਬਾਰਗ੍ਰਾਫ ਵੱਲ ਦੇਖੋ ਤੁਸੀਂ, ਇੱਥੇ ਸਾਨੂੰ ਨੰਬਰ ਆਫ ਵਿਜ਼ਿਟਰਸ ਦਿੱਤੇ ਨੇ 20, 40, 60, 80, 100 and 120 ਔਰ ਇੱਥੇ ਸਾਨੂੰ ਨੰਬਰ ਆਫ ਮੰਥਸ ਦਿੱਤੇ ਨੇ ਜਨਵਰੀ ਤੋਂ ਲੈ ਕੇ ਜੂਨ ਤੱਕ 1 2 3 4 5 6 7 ਮੰਥ ਸਾਨੂੰ ਦਿੱਤੇ ਨੇ। ਸੋ ਇੱਥੇ ਤੁਸੀਂ ਦੇਖੋ ਕਿ ਬੱਚੇ ਜਦ ਵੀ ਇਨਫੋਰਮੇਸ਼ਨ ਲਿਖਦੇ ਨੇ, ਦੇਖੋ 20 40 ਬੱਚੇ ਬਹੁਤ ਕਨਫਿਊਜ਼ ਹੋ ਜਾਂਦੇ ਨੇ ਔਰ ਇੱਥੇ 20 40 60 ਲਿਖ ਦਿੰਦੇ, ਪਰ ਇੱਥੇ ਦੇਖੋ 3 zeros ਇੱਥੇ ਪਈਆਂ। ਸੋ ਦੈਟ ਮੀਨਸ ਇਹ ਜਿਹੜੇ ਸਾਡੇ ਮੈਂਬਰਸ ਨੇ ਇਹ ਥਾਊਜ਼ੈਂਡਸ ਦੇ ਵਿੱਚ ਨੇ। ਜੇ 20 ਹੈ 20,000 ਹੈ, 40 40,000 ਹੈ, 60 60,000 ਹੈ, 80 80,000 ਹੈ, this is 1 lakh and this is 1,20,000। ਸੋ ਸਾਡਾ ਜਿਹੜਾ ਸਟਰਕਚਰ ਹੋਏਗਾ ਟਾਸਕ 1 ਦਾ, ਇਹਦੇ ਵਿੱਚ ਅਸੀਂ 3 ਪੈਰਾਗ੍ਰਾਫਸ ਬਣਾਵਾਂਗੇ। ਫਸਟ ਪੈਰਾਗ੍ਰਾਫ ਵਿਲ ਬੀ ਇੰਟਰੋਡਕਸ਼ਨ, second will be description ਜਿਸ ਅਸੀਂ ਸਾਰੀ ਇਨਫੋਰਮੇਸ਼ਨ ਦਵਾਂਗੇ, ਪੂਰੇ ਟਾਸਕ ਨੂੰ ਡਿਸਕ੍ਰਾਈਬ ਕਰਾਂਗੇ, and last will be conclusion। so talking about introduction ਅਸੀਂ ਇਹਨੂੰ ਰੀਫਰੇਜ਼ ਕਰਾਂਗੇ। ਰੀਫਰੇਜ਼ ਮਤਲਬ ਇਹ ਜਿਹੜੀ ਵੀ ਇਨਫੋਰਮੇਸ਼ਨ ਇੱਥੇ ਦਿੱਤੀ ਹੈ, ਸਟੇਟਮੈਂਟ ਦਿੱਤੀ ਹੈ, ਇਹਨੂੰ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਰੀਫਰੇਜ਼ ਕਰਾਂਗੇ ਔਰ ਰੀਫਰੇਜ਼ ਕਰਨ ਦੇ ਲਈ ਅਸੀਂ ਕੰਪਲੈਕਸ ਸਟੇਟਮੈਂਟ ਦਾ ਯੂਜ਼ ਕਰਾਂਗੇ। ਅਸੀਂ ਇਹਨੂੰ ਕੰਪਲੈਕਸ ਬਣਾਵਾਂਗੇ। ਹੁਣ ਕੰਪਲੈਕਸ ਕਿੱਦਾਂ ਬਣਾਉਣਾ ਹੈ ਚਲੋ ਸਿੱਖਦੇ ਹਾਂ। So now let's start with rephrasing our introduction part। ਹੁਣ ਤੁਸੀਂ ਸਟੇਟਮੈਂਟ ਦੇ ਕੇ ਇੱਥੇ ਲਿਖਿਆ the diagram। So diagram ਦੀ ਜਗ੍ਹਾ ਅਸੀਂ ਲਿਖ ਸਕਦੇ ਹਾਂ ਬਾਰਗ੍ਰਾਫ, ਕਿਉਂਕਿ ਇੱਕ ਬਾਰਗ੍ਰਾਫ ਹੈ। ਅਸੀਂ ਲਿਖਤਾ the diagram ਔਰ ਉਸ ਨੂੰ ਰੀਫਰੇਜ਼ ਕਰਕੇ ਉਹਦੀ ਜਗ੍ਹਾ ਯੂਜ਼ ਕਰਤਾ the paragraph। Next word is shows, right? So ਇੱਥੇ ਦਿੱਤਾ ਹੈ shows। ਹੁਣ shows ਦੀ ਜਗ੍ਹਾ ਤੁਸੀਂ ਅਸੀਂ ਦੇਖੋ ਤੁਹਾਨੂੰ ਕਾਫੀ ਆਪਸ਼ਨਸ ਦਿੱਤੇ ਨੇ, ਤੁਸੀਂ ਕੋਈ ਵੀ ਇਹਨਾਂ 'ਚ ਯੂਜ਼ ਕਰ ਸਕਦੇ ਹੋ। show ਦੀ ਜਗ੍ਹਾ you can use depict, illustrate, demonstrate और give an overview। ਤੁਸੀਂ ਇਹਨੂੰ ਚੇਂਜ ਕਰਕੇ ਦੀ ਜਗ੍ਹਾ ਕੁਝ ਵੀ ਲਿਖ ਸਕਦੇ ਹੋ। ਮੰਨ ਲਓ ਪੇਪਰ ਸ਼ੋ ਦੀ ਜਗ੍ਹਾ ਡਿਪਿਕਟ ਹੈ ਤਾਂ ਤੁਸੀਂ ਸ਼ੋਜ਼ ਲਿਖ ਸਕਦੇ ਹੋ ਜਾਂ ਕੁਝ ਵੀ। ਸੋ give an overview ਤੁਸੀਂ ਅਸੀਂ ਇੱਥੇ ਯੂਜ਼ ਕੀਤਾ ਹੈ। ਹੁਣ ਇੱਥੇ ਸਿੰਗੂਲਰ ਹੈ, ਐਸ ਲੱਗਾ ਤੇ ਅਸੀਂ ਵੀ ਉਸੇ ਤਰੀਕੇ ਨਾਲ ਲਗਾਵਾਂਗੇ gives an overview of। ਸੋ ਇੱਥੇ ਤੱਕ ਸਾਡਾ ਰੀਫਰੇਜ਼ ਹੋ ਗਿਆ the paragraph gives an overview of। ਅੱਗੇ ਦੇਖੋ ਲਿਖਿਆ ਹੈ ਮੈਂਬਰ ਅਟੈਂਡੈਂਸ, ਕਿਉਂਕਿ ਇੱਥੇ ਸਾਡੇ ਬਾਰਗ੍ਰਾਫ ਦੇ ਵਿੱਚ ਉਹਨਾਂ ਨੇ ਨੰਬਰ ਆਫ ਵਿਜ਼ਿਟਰਸ, ਸੋ ਵਿਜ਼ਿਟਰਸ ਆਰ ਪੀਪਲ ਜਿਹੜੇ ਕਲੱਬਸ 'ਚ ਜਾਂਦੇ ਨੇ, ਜਿਹੜੇ ਨੇ ਕਲੱਬਸ ਜੁਆਇਨ ਕੀਤੇ। ਸੋ ਮੈਂਬਰ ਅਟੈਂਡੈਂਸ ਦੀ ਗੱਲ ਹੋਈ ਹੈ ਆਫ ਮੈਂਬਰਸ, ਰਾਈਟ? ਸੋ ਮੈਂਬਰਸ ਅਸੀਂ ਲਿਖਤਾ। ਹੁਣ ਅਸੀਂ ਕੰਪਲੈਕਸ ਸਟੇਟਮੈਂਟ ਬਣਾਉਣੀ ਹੈ ਤਾਂ ਕੰਪਲੈਕਸ ਕਿੱਦਾਂ ਬਣਾਉਣੀ ਹੈ? ਅਸੀਂ ਇੱਥੇ ਰਿਲੇਟਿਵ ਪ੍ਰੋਨਾਊਨ ਦਾ ਯੂਜ਼ ਕੀਤਾ ਹੈ। ਹੁਣ ਤੁਸੀਂ ਦੇਖੋ ਕਿ ਜੇ ਸਾਡੇ ਬਾਰਗ੍ਰਾਫ ਦੇ ਵਿੱਚ ਜਾਂ ਇੱਥੇ ਅਸੀਂ ਪਰਸਨਸ ਦੀ ਗੱਲ ਕਰ ਰਹੇ ਹਾਂ, ਲੋਕਾਂ ਦੀ ਗੱਲ ਕਰ ਰਹੇ ਹਾਂ, ਤਾਂ ਉੱਥੇ ਅਸੀਂ ਯੂਜ਼ ਕਰਾਂਗੇ who is used for persons or I would say people। ਜਦ ਵੀ ਕੋਈ
ਲੋਕਾਂ ਦਾ ਮੈਂਸ਼ਨ ਅਸੀਂ ਉੱਥੇ ਯੂਜ਼ ਕਰਾਂਗੇ who। ਜੇ ਕੋਈ ਨॉन ਲਿਵਿੰਗ थिंग है, किसी जगह ਦਾ ਨਾ, ਜੇ ਕੋਈ नॉन लिविंग थिंग है, कोई फ्रूट्स ने, कोई आर्टिकल्स है, कुछ भी है जो नॉन लिविंग है, ਅਸੀਂ ਉੱਥੇ ਯੂਜ਼ ਕਰ ਲਾਂਗੇ which, ਰਾਈਟ। एंड जे किसी जगह का ना है, किसी प्लेस का मेंशन है, राइट, उत्थे ਅਸੀਂ यूज करांगे where। प्लेस के लिए ਅਸੀਂ मेंशन करांगे where। ਹੁਣ ਇੱਥੇ ਕਿਉਂਕਿ ਮੈਂਬਰਸ ਦੀ ਗੱਲ ਹੋਈ ਹੈ, ਵਿਜ਼ਿਟਰਸ ਨੇ, ਜੋ ਲੋਕ ਨੇ ਜਿਹੜੇ ਕਲੱਬਸ 'ਚ ਜਾਂਦੇ ਨੇ, ਅਸੀਂ ਇੱਥੇ ਯੂਜ਼ ਕਰਤਾ who। ਔਰ ਇਹਦੇ ਨਾਲ ਸਾਡੀ ਜਿਹੜੀ ਸਿੰਪਲ ਸਾਨੂੰ ਗ੍ਰਾਫ ਦੇ ਵਿੱਚ ਇੱਥੇ ਉੱਪਰ ਸਟੇਟਮੈਂਟ 'ਚ ਸਿੰਪਲ ਸਟੇਟਮੈਂਟ ਦਿੱਤੀ ਸੀ, ਅਸੀਂ ਇਹਨੂੰ कॉम्प्लेक्स बनाता who ਦਾ यूज करके। उसके बाद देखो दे आर विजिटिंग, बिकॉज इतने विजिटर्स भी दिता है, सो विजिटेड फॉर, हुन इथे उन्होंने लिखे वेरियस क्लब्स, ਅਸੀਂ ਰੀਫਰੇਜ਼ ਕਰਕੇ ਤੇ ਲਿਖਤਾ ਬਿਕਾਜ਼ ਇੱਥੇ ਸਾਨੂੰ 4 ਕਲੱਬਸ ਨੇ, ਫ੍ਰੈਂਚ, ਬ੍ਰਿਟਿਸ਼, ਅਮਰੀਕਨ, ਜਾਪਾਨੀਜ਼, ਅਸੀਂ ਲਿਖਤਾ who visited 4 clubs, namely ਅਸੀਂ ਨਾਲ ਨੇਮਸ ਦਿੱਤੇ, ਫ੍ਰੈਂਚ ਕਲੱਬ, ਬ੍ਰਿਟਿਸ਼ ਕਲੱਬ, ਅਮਰੀਕਨ ਕਲੱਬ ਐਂਡ ਜਾਪਾਨੀਜ਼ ਕਲੱਬ। ਹੁਣ ਤੁਸੀਂ ਦੇਖੋ ਅਸੀਂ ਕੀ ਕੀਤਾ, ਫਿਰ ਟਾਈਮ ਪੀਰੀਅਡ ਦਿੱਤਾ, ਭਾਵੇਂ ਸਾਡੀ ਸਟੇਟਮੈਂਟ ਜਿੱਥੇ ਨਹੀਂ ਹੈ, ਬਟ ਕਿਉਂਕਿ ਸਾਨੂੰ ਇੱਥੇ ਪੂਰੇ ਮੰਥਸ ਮੈਂਸ਼ਨ ਕੀਤੇ, ਅਸੀਂ ਇੱਥੇ एक्स्ट्रा इनफॉर्मेशन ਅਸੀਂ ਇੱਥੇ ਦੇਤੀ ਬਿਕਾਜ਼ ਇਟਸ ਵੈਰੀ ਇੰਪੋਰਟੈਂਟ। ਹੁਣ ਇਨਫੋਰਮੇਸ਼ਨ ਦੇਣ ਦੇ ਲਈ ਮੰਥਸ ਨੂੰ ਮੈਂਸ਼ਨ ਕਰਨ ਲਈ ਤੁਸੀਂ 4 ਤਰੀਕੇ ਯੂਜ਼ ਕਰ ਸਕਦੇ ਹੋ। ਪਹਿਲਾ ਹੈ ਬਿਟਵੀਨ ਐਂਡ, ਅਸੀਂ ਇੱਥੇ ਲਿਖਤਾ ਕਿਉਂਕਿ ਇੱਥੇ ਸਾਨੂੰ ਜਨਵਰੀ ਤੋਂ ਲੈ ਕੇ ਜੂਨ ਤੱਕ ਦਾ ਟਾਈਮ ਪੀਰੀਅਡ ਦਿੱਤਾ ਹੈ, ਤੁਸੀਂ ਲਿਖਿਆ ਬਿਟਵੀਨ ਜਨਵਰੀ ਐਂਡ ਜੂਨ, ਇੱਕ ਇਹ ਤਰੀਕਾ ਹੋ ਗਿਆ, ਰਾਈਟ। ਤੁਸੀਂ ਇਦਾਂ ਲਿਖ ਸਕਦੇ ਹੋ ਟਾਈਮ ਪੀਰੀਅਡ ਨੂੰ। ਦੂਸਰਾ from and to the combination, so from January to June, this is second way। then over a span of, so ਇਹਨੂੰ ਅਸੀਂ ਜਦ ਅਸੀਂ over a span of use ਕਰਨਾ, ਅਸੀਂ months ਦੇ ਨਾਮ ਨਹੀਂ ਲਿਖਾਂਗੇ, ਪਰ ਅਸੀਂ ਇਹ ਚੈੱਕ ਕਰ ਲੈਣਾ ਕਿ ਕਿੰਨਾ ਟਾਈਮ ਪੀਰੀਅਡ ਟੋਟਲ ਹੋਇਆ। ਹੁਣ ਤੁਸੀਂ ਦੇਖੋ ਜਨਵਰੀ ਤੋਂ ਜੂਨ ਤੱਕ ਸਾਡੇ 7 ਮੰਥਸ ਬਣਦੇ ਨੇ, 1 2 3 4 7 ਮੰਥਸ, 6 ਮੰਥਸ, ਸੌਰੀ 1 2 3 4 5 6, so 6 months ਅਸੀਂ ਇੱਥੇ ਲਿਖਾਂਗੇ over a span of 6 months, right। ਇਦਾਂ ਹੀ ਜੇ ਤੁਸੀਂ span ਨਹੀਂ ਲਿਖਣਾ, ਤੁਸੀਂ ਪੀਰੀਅਡ ਲਿਖ ਸਕਦੇ ਹੋ over a period of 6 months, right। so ਇੱਥੇ ਤੱਕ ਕਲੀਅਰ ਹੋ ਗਿਆ। ਅਸੀਂ ਬਾਰ ਗ੍ਰਾਫ ਨੂੰ ਰੀਫਰੇਸ ਕਰਤਾ, ਡਾਇਗਰਾਮ ਲਿਖਤਾ, ਡਾਇਗਰਾਮ ਜਗ੍ਹਾ ਬਾਰ ਗ੍ਰਾਫ, ਸ਼ੋਜ਼ ਦੀ ਜਗ੍ਹਾ ਗਿਵਸ ਐਨ ਓਵਰਵਿਊ ਆਫ, ਫਿਰ ਉਸ ਤੋਂ ਬਾਅਦ ਕੰਪਲੈਕਸ ਬਣਾਉਣ ਦੇ ਲਈ ਕਿਉਂਕਿ ਪੀਪਲ ਦਾ ਮੈਂਸ਼ਨ ਸੀ, ਅਸੀਂ who ਲਿਖਤਾ। ਦੈਨ ਇੱਥੋਂ ਅਸੀਂ ਵੇਰੀਅਸ ਕਲੱਬਸ, ਅਸੀਂ ਕਲੱਬਸ ਦੇ ਪ੍ਰੋਪਰ ਨਾਮ ਲਿਖਤੇ, ਫਿਰ ਅਸੀਂ ਟਾਈਮ ਪੀਰੀਅਡ ਨੂੰ ਮੈਂਸ਼ਨ ਕਰਤਾ, ਜਾਂ ਤਾਂ ਬਿਟਵੀਨ ਔਰ ਐਂਡ ਲਗਾ ਕੇ, ਜਾਂ ਫਰॉम ਔਰ ਟੂ ਲਗਾ ਕੇ, ਓਵਰ ਅ ਸਪੈਨ ਆਫ ਲਗਾ ਕੇ, ਓਵਰ ਅ ਪੀਰੀਅਡ ਆਫ ਲਗਾ ਕੇ। ਧਿਆਨ ਰੱਖਣਾ ਇੱਥੇ ਮੰਥਸ ਦਿੱਤਾ ਤਾਂ ਤੁਸੀਂ ਇੱਥੇ ਮੰਥਸ ਦੋਗੇ, ਮੰਨ ਲਓ ਕਿਤੇ ਈਅਰਸ ਦਿੱਤਾ ਸੋ ਉਸ ਹਿਸਾਬ ਨਾਲ ਇਹਨੂੰ ਚੇਂਜ ਕਰ ਲਾਂਗੇ। ਦੈਨ ਹੁਣ ਨੈਕਸਟ ਹੈ ਸਾਡਾ ਇਹਨਾਂ ਮੈਟਰੋ ਸਿਟੀ। ਮੈਟਰੋ ਸਿਟੀ ਮੀਨਸ ਅਰਬਨ ਏਰੀਆਜ਼, ਅਸੀਂ ਇਹਨੂੰ ਵੀ ਚੇਂਜ ਕਰ ਲਾਂਗੇ। ਇੱਥੇ ਅਸੀਂ ਲਿਖਤਾ ਇਹਨਾਂ ਮੈਗਾ ਸਿਟੀ, ਤੁਸੀਂ ਮੈਟਰੋਪੋਲਿਸ, ਅਰਬਨ ਸੈਂਟਰਸ, ਕੁਝ ਵੀ ਤੁਸੀਂ ਇਹਨੂੰ ਰੀਫਰੇਸ ਕਰਕੇ ਅਸੀਂ ਆਪਣੀ ਪਹਿਲੀ ਲਾਈਨ ਇੰਟਰੋਡਕਸ਼ਨ ਦੀ ਬਣਾ ਲਈ। ਸੋ ਸਟੂਡੈਂਟਸ ਅਸੀਂ ਥੋੜੀ ਹੋਰ ਡਿਟੇਲ 'ਚ ਗੱਲ ਕਰਦੇ ਹਾਂ ਕਿ ਅਸੀਂ ਕੰਪਲੈਕਸ ਸਟੇਟਮੈਂਟ ਕਿੱਦਾਂ ਬਣਾਉਣੀ ਹੈ, ਕਿੱਦਾਂ ਸਟੇਟਮੈਂਟ ਦੇਖਣੀ ਹੈ ਔਰ ਕਿੱਦਾਂ ਉਹਦੇ 'ਚ ਅਸੀਂ ਫਿੱਟ ਕਰਨਾ ਹੈ ਹੂ ਵਿੱਚ ਜਾਂ ਵੇਅਰ, ਰਾਈਟ। ਹੁਣ ਅਸੀਂ ਹੂ ਦੀ ਗੱਲ ਕਰਾਂਗੇ। ਦੇਖੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਟੇਟਮੈਂਟ ਦੇਖੋ, ਜਿਹੜਾ ਸਾਨੂੰ ਕੁਐਸਚਨ ਟਾਸਕ 1 ਦੀ ਸਟੇਟਮੈਂਟ ਦਿੱਤੀ ਹੈ, ਇਹ 'ਚ ਦਿੱਤਾ ਤਾਂ ਡਾਇਗਰਾਮ ਸ਼ੋਜ਼ ਇਨਫੋਰਮੇਸ਼ਨ ਅਬਾਊਟ ਮੈਂਬਰ ਅਟੈਂਡੈਂਸ at various clubs in a metro city। ਹੁਣ ਇਹਦੇ 'ਚ ਵੀ 2 ਸਟੇਟਮੈਂਟਸ ਦਿੱਤੀਆਂ ਨੇ, ਇੱਕ ਤਾਂ ਹੈ ਇਨਫੋਰਮੇਸ਼ਨ ਅਬਾਊਟ ਮੈਂਬਰ ਅਟੈਂਡੈਂਸ, ਰਾਈਟ, ਇੱਕ ਦੂਸਰਾ at various clubs। so ਕਿਹੜੇ various clubs, ਜਿਹੜੇ ਮਤਲਬ various clubs in the metro city, that means ਇੱਕ ਤਾਂ information about member attendance ਦੀ ਗੱਲ ਹੈ, attendance and people those who are visiting various clubs in the metro city। so ਦੋ ਗੱਲਾਂ ਹੋਣਗੀਆਂ, ਰਾਈਟ। ਇਹਦੇ ਵਿੱਚ ਅਸੀਂ who ਨੂੰ ਫਿੱਟ ਕੀਤਾ। ਹੁਣ ਇਹਦੇ 'ਚ ਵੀ ਸੈਂਟੈਂਸਸ ਦੇਖੋ, my brother is, ਅਸੀਂ ਸਿੰਪਲ ਸੈਂਟੈਂਸ ਲਵਾਂਗੇ, ਉਹਨੂੰ ਅਸੀਂ ਕੰਪਲੈਕਸ 'ਚ ਬਦਲਾਂਗੇ। my brother is wearing a blue shirt, he is a good singer। ਹੁਣ ਮਾਈ ਪਹਿਲਾ ਸਾਡਾ ਸਬਜੈਕਟ ਹੈ ਮਾਈ ਬ੍ਰਦਰ, ਵਿੱਚ ਮਾਈ ਬ੍ਰਦਰ ਦੀ ਗੱਲ ਕੀਤੀ ਹੈ। ਹੁਣ ਇੱਥੇ ਹੀ, ਹੂ ਇਜ਼ ਹੀ, ਸੈਕਿੰਡ ਸਟੇਟਮੈਂਟ ਦੇ ਵਿੱਚ ਹੀ ਇਜ਼ ਆਲਸੋ ਮਾਈ ਬ੍ਰਦਰ। ਸੋ ਅਸੀਂ ਇਹ ਇੱਕ ਪੀਪਲ ਹੈ, ਪਰਸਨ ਹੈ, ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਪਰਸਨ ਦੀ ਜਗ੍ਹਾ ਹੂ ਲਗਾਵਾਂਗੇ। ਅਸੀਂ ਇਹਨੂੰ ਕੰਪਲੈਕਸ ਕਿੱਦਾਂ ਬਣਾਉਣਾ ਹੈ, ਮਾਈ ਬ੍ਰਦਰ ਨਾਲ ਅਸੀਂ ਫਿੱਟ ਕਰਤਾ ਹੂ is wearing a blue shirt, right। so our statement हो गया first statement। then he, क्योंकि already इसे थे mention कर चुके हैं, is a good singer। so देखो who fit हो गया और ये statement साड़ी बहुत ही easily complex बन गई। एक और example देखते हैं, the dog barks loudly, full stop, it is known for alerting people। so दो statements दिए हैं, ਅਸੀਂ ਲਿਖਿਆ the dog। ਹੁਣ dog living है, right, living not only for people but living ਜਿੱਦਾਂ ਕਿ ਹੁਣ the dog है who,
barks loudly, first statement खत्म हो गई, उसके बाद ਅਸੀਂ it ਕਿਹਦੇ ਲਈ यूज है, dog ਦੇ ਲਈ, so the dog barks loudly, it ਨੂੰ ਅਸੀਂ ਹਟਾਵਾਂਗੇ because already use ਹੋ ਗਿਆ, is known for alerting people, that's it। ਏਦਾਂ ਹੀ ਦੇਖੋ ਅਸੀਂ ਇੱਥੇ ਮਿਲ ਗਿਆ, the paragraph gives an overview of members who visited 4 clubs in English, ਇਹ clubs ਦੇ ਨਾਮ ਦਿੱਤੇ। ਸੋ ਇਸ ਤਰੀਕੇ ਨਾਲ ਤੁਸੀਂ ਆਪਣੀ complex statement बनानी है, बिल्कुल confuse नहीं होना। I hope ਤੁਹਾਨੂੰ ਇੱਥੇ clear हो गया होगा how to make a simple sentence into a complex statement। So ਹੁਣ ਅਸੀਂ ਗੱਲ ਕਰਾਂਗੇ description ਦੀ, that will be our second paragraph of our task 1। ਹੁਣ ਇੱਥੇ ਤੁਸੀਂ ਦੇਖੋ statement 'ਚ ਲਿਖਿਆ summarize the information by selecting and reporting the main features। ਅਸੀਂ describe ਕਰਨੇ by selecting and information reporting the main features। ਅਸੀਂ main features ਕਰਨੇ graph ਦੇ। ਹੁਣ ਦੇਖੋ ਜੇ ਕੋਈ ਵੀ ਗ੍ਰਾਫ ਹੈ ਨਾ, ਉਹਦੇ 'ਚ ਜਾਂ ਚੀਜ਼ਾਂ ਘਟਦੀਆਂ ਨੇ, ਵੱਧਦੀਆਂ ਨੇ, ਜਾਂ ਇਕਸਾਰ ਰਹਿੰਦੀਆਂ ਨੇ, ਸੇਮ ਰਹਿੰਦੀਆਂ ਨੇ, ਜਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ, ਬਹੁਤ ਜ਼ਿਆਦਾ ਘਟ ਜਾਂਦੀਆਂ। ਹੁਣ ਜਿੱਦਾਂ ਇਸ ਗ੍ਰਾਫ 'ਚ ਦੇਖੋ, ਬਾਰ ਗ੍ਰਾਫ 'ਚ 4 ਸਾਨੂੰ ਕਲੱਬਸ ਦਿੱਤੇ ਨੇ। ਪਹਿਲਾਂ ਤੁਸੀਂ ਦੇਖੋ ਬਲੂ ਵਾਲਾ ਜਿਹੜਾ ਫ੍ਰੈਂਚ ਕਲੱਬ ਹੈ, ਪਹਿਲੇ ਮੰਥ ਵਿੱਚ ਜਨਵਰੀ 'ਚ ਦੇਖੋ 60 ਤੋਂ ਥੋੜਾ ਜਿਹਾ ਥੱਲੇ, ਨੈਕਸਟ ਮੰਥ ਵਿੱਚ ਆਲਮੋਸਟ ਸੇਮ ਹੈ ਦੋਨਾਂ ਜਨਵਰੀ, ਦੈਨ ਮਾਰਚ ਵਿੱਚ ਘਟ ਜਾਂਦਾ ਹੈ, ਰਾਈਟ, 40 और 60 ਦੇ ਵਿੱਚ ਆ ਗਏ, ਅਪ੍ਰੈਲ ਵਿੱਚ ਫਿਰ ਵੱਧ ਗਿਆ, 60 ਨੂੰ ਟੱਚ ਕਰਦਾ ਹੈ, ਮਈ ਦੇ ਵਿੱਚ ਸੇਮ ਹੈ, ਐਂਡ ਜੂਨ ਦੇ ਵਿੱਚ ਫਿਰ ਇਨਕਰੀਜ਼ ਹੋ ਗਿਆ, 60 ਤੋਂ ਪਾਰ ਹੋ ਗਿਆ। ਹੁਣ ਰੈੱਡ ਵਾਲੀ ਦੀ ਗੱਲ ਕਰੀਏ, ਅਮਰੀਕਨ ਕਲੱਬ, ਇਹਦੇ ਜਨਵਰੀ 'ਚ ਤੁਸੀਂ ਦੇਖੋ 80 ਨੂੰ ਟੱਚ ਕਰ ਰਿਹਾ ਹੈ, ਫੈਬ ਦੇ ਵਿੱਚ 80 ਤੋਂ ਵੱਧ ਗਿਆ, ਰਾਈਟ, 80 ਔਰ 100 ਦੇ ਵਿੱਚ ਹੈ ਕਿਤੇ, ਦੈਨ ਮਾਰਚ ਵਿੱਚ ਫਿਰ ਥੋੜਾ ਘਟ ਗਿਆ, ਦੈਨ ਅਪ੍ਰੈਲ ਦੇ ਵਿੱਚ ਸੇਮ ਹੈ, ਮਈ ਦੇ ਵਿੱਚ ਘਟ ਗਿਆ, ਐਂਡ ਜੂਨ ਦੇ ਵਿੱਚ काफी इंक्रीज है, 100 ਨੂੰ ਟੱਚ ਕਰ ਰਿਹਾ। ਟਾਕਿੰਗ ਅਬਾਊਟ ਥਰਡ ਜਾਪਨੀਜ਼ ਕਲੱਬ, ਗ੍ਰੀਨ ਕਲਰ, ਰਾਈਟ, ਤੁਸੀਂ ਦੇਖੋ ਜਨਵਰੀ ਦੇ ਵਿੱਚ 40 ਤੋਂ ਥੋੜਾ ਜਿਹਾ ਘੱਟ ਹੈ, ਫੈਬ ਔਰ ਜਨ ਸੇਮ ਹੈ, ਦੈਨ ਮਾਰਚ ਵਿੱਚ ਘਟ ਗਿਆ, ਅਪ੍ਰੈਲ ਦੇ ਵਿੱਚ ਵੱਧ ਗਿਆ, ਫਿਰ 40 ਨੂੰ ਕ੍ਰਾਸ ਕਰ ਰਿਹਾ ਹੈ, ਅਪ੍ਰੈਲ ਮਈ ਆਲਮੋਸਟ ਸੇਮ ਹੈ, ਐਂਡ ਜੂਨ ਦੇ ਵਿੱਚ ਫਿਰ ਘਟ ਗਿਆ। ਹੁਣ ਅਸੀਂ ਆਪਣੇ ਜਿਹੜੇ ਡਿਸਕ੍ਰਿਪਸ਼ਨ ਲਿਖਣਾ ਉਹਦੇ 'ਚ ਅਸੀਂ ਇਹੀ ਚੀਜ਼ਾਂ ਡਿਸਕ੍ਰਾਈਬ ਕਰਨੀਆਂ, ਕਿੱਦਾਂ ਘਟ ਗਿਆ, ਕਿੱਦਾਂ ਵੱਧ ਗਿਆ, ज़्यादा इंक्रीज हो गया, सेम है। सो इदा ही ਅਸੀਂ ਇਹਦੇ ਸਿੱਖਾਂਗੇ ਹੁਣ ਕਿ ਅਸੀਂ ਕਿੱਦਾਂ ਲਾਈਨਾਂ ਲਿਖਣੀਆਂ, ਕਿੱਦਾਂ ਅਸੀਂ ਦੱਸਣਾ ਕਿ ਇਨਕਰੀਜ਼ ਕਿੱਦਾਂ ਹੋਇਆ, ਡਿਕਰੀਜ਼ ਕਿੱਦਾਂ ਹੋਇਆ, ਜੇ ਸੇਮ ਹੈ ਜਾਂ ਜ਼ਿਆਦਾ ਇਨਕਰੀਜ਼ ਹੈ ਤੇ ਕਿੱਦਾਂ। ਸੋ ਇਹੀ ਸਭ ਮਿਲ ਕੇ, ਇਹੀ ਸੈਂਟੈਂਸਸ ਮਿਲ ਕੇ ਸਾਡੀ ਡਿਸਕ੍ਰਿਪਸ਼ਨ ਬਣਾਉਂਦੇ ਨੇ, ਰਾਈਟ। ਸੋ ਹੁਣ ਅਸੀਂ ਸਿੱਖਾਂਗੇ ਕਿ ਅਸੀਂ ਡਿਸਕ੍ਰਿਪਸ਼ਨ ਕਿੱਦਾਂ ਲਿਖਣੀ ਹੈ, ਕਿਹੜੇ ਸਟਰਕਚਰਸ ਦਾ ਇਸਤੇਮਾਲ ਕਰਨਾ ਹੈ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਚਲੋ ਸਿੱਖਦੇ ਹਾਂ। ਸੋ ਡਿਸਕ੍ਰਿਪਸ਼ਨ ਦੀ ਪਹਿਲੀ ਲਾਈਨ ਬਾਰੇ ਗੱਲ ਕਰਾਂਗੇ। ਹੁਣ ਇੱਥੇ ਦੇਖੋ ਫ੍ਰੈਂਚ ਕਲੱਬ ਸਾਨੂੰ ਸਭ ਤੋਂ ਪਹਿਲਾਂ ਦਿੱਤਾ ਹੈ, ਇਹਦੀ ਮੰਥ ਆਫ ਜਨਵਰੀ 60 ਨੂੰ ਥੋੜਾ ਜਿਹਾ ਥੱਲੇ, ਰਾਈਟ, ਔਰ ਫੈਬ ਦੇ ਵਿੱਚ ਵੀ ਆਲਮੋਸਟ ਸੇਮ ਹੈ, ਦੋਨੋਂ ਜਨਵਰੀ ਔਰ ਫੈਬ ਦਾ ਦੋਨੋਂ ਸੇਮ ਹੈ। ਹੁਣ ਦੇਖੋ ਨਾ ਦੇ ਪੂਰਾ 60 ਹੈ, ਨਾ ਮਿਡ ਦੇ ਵਿੱਚ ਕਿਤੇ ਨਾ ਕਿਤੇ 57 ਜਾਂ 58 ਹੈ, ਫੈਬ ਦਾ ਵੀ ਸੇਮ ਹੈ, ਇਸ ਕਰਕੇ ਮਤਲਬ ਅਰਾਊਂਡ 58 ਅਰਾਊਂਡ 57 ਅਸੀਂ, ਰਾਈਟ। ਹੁਣ ਅਸੀਂ ਫਾਰਮੂਲੇ ਦਾ ਇਸਤੇਮਾਲ ਕਰਾਂਗੇ। ਲਾਈਨ ਬਣਾਉਣ ਦੇ 3 ਤਰੀਕੇ ਨੇ, ਰਾਈਟ। ਸੋ ਪਹਿਲੇ ਫਾਰਮੂਲੇ ਨੂੰ ਡਿਸਕਸ ਕਰਾਂਗੇ, ਇਹਦੇ 'ਚ ਅਸੀਂ ਨਾउन ਦਾ ਯੂਜ਼ ਕਰਾਂਗੇ, ਸੇਮ, ਕਨਸਟੈਂਟ, ਇਕੁਅਲ, ਇਹ ਤਿੰਨੋਂ ਚੀਜ਼ਾਂ ਸੇਮ ਹੀ ਨੇ। ਹੁਣ ਅਸੀਂ ਫਾਰਮੂਲਾ ਕੀ ਯੂਜ਼ ਕਰਾਂਗੇ, ਸਭ ਤੋਂ ਪਹਿਲਾਂ ਆਏਗਾ ਸਬਜੈਕਟ, then was ਜਾਂ had been, ਦੋਨਾਂ 'ਚ ਕੋਈ ਵੀ, then almost or approximately, ਇਹ ਤੁਸੀਂ ਤਦ ਯੂਜ਼ ਕਰਨਾ। ਹੁਣ ਇਹਦੇ ਵਿੱਚ ਦੇਖੋ ਕਿ ਨਾ ਦੇ ਪੂਰਾ 60 ਹੈ, ਹੁਣ ਸਾਨੂੰ ਪਤਾ ਨਹੀਂ ਹੈ ਤਾਂ 57 ਵੀ ਹੋ ਸਕਦਾ, 58 ਵੀ ਹੋ ਸਕਦਾ, ਇਸ ਕਰਕੇ ਇੱਥੇ ਅਸੀਂ ਯੂਜ਼ ਕਰਾਂਗੇ almost ਜਾਂ approximately। ਪਰ ਜੇ ਮੰਨ ਲਓ ਤੁਹਾਡਾ ਪੂਰਾ ਲਾਈਨ ਤੇ ਹੋਵੇ 60 ਨੂੰ ਟੱਚ ਕਰੇ, ਫਿਰ ਅਸੀਂ ਐਗਜ਼ੈਕਟ ਫਿਗਰ ਲਿਖ ਸਕਦੇ ਹਾਂ, ਬਟ ਇੱਥੇ ਅਸੀਂ ਸ਼ੋਰ ਨਹੀਂ, ਇਸ ਕਰਕੇ ਅਸੀਂ almost ਜਾਂ approximately ਦਾ ਇਸਤੇਮਾਲ ਕਰਾਂਗੇ। ਪਰ ਜਿੱਥੇ ਤੁਹਾਨੂੰ ਐਗਜ਼ੈਕਟ ਫਿਗਰ ਪਤਾ, ਮੰਨ ਲਓ 60 ਨੂੰ ਟੱਚ ਕਰੇ, ਜਿੱਦਾਂ ਦੇਖੋ ਅਪ੍ਰੈਲ ਦੇ ਵਿੱਚ, ਫਿਰ ਅਸੀਂ ਲਿਖ ਸਕਦੇ ਹਾਂ ਐਗਜ਼ੈਕਟਲੀ 60,000, ਰਾਈਟ। ਸੋ ਇੱਥੇ ਅਸੀਂ almost ਜਾਂ approximately ਦਾ ਇਸਤੇਮਾਲ ਕਰਾਂਗੇ, ਦੋਨੋਂ 'ਚ ਕੋਈ ਵੀ ਇੱਕ, then plus equal, constant ਜਾਂ same, क्योंकि ਅਸੀਂ ਨਾउन यूज करके लाइन्स बनानी है। सो इक्वल, कांस्टेंट या सेम, तीनों जो कोई भी एक ले लेंगे, देन अराउंड प्लस नंबर प्लस टाइम। ਹੁਣ ਨੰਬਰ ਮਤਲਬ ਜਿੰਨਾ ਇੱਥੇ ਦਿੱਤਾ ਹੋਇਆ, ਹੁਣ ਇੱਥੇ ਦੇਖੋ 57 ਜਾਂ 58 ਦੇ ਕਰੀਬ, 58, ਰਾਈਟ, ਦੋਨਾਂ ਮੰਥਸ ਦੇ ਵਿੱਚ, ਦੈਨ ਟਾਈਮ, ਕਿਸ ਟਾਈਮ ਪੀਰੀਅਡ ਦੇ ਵਿੱਚ, ਦੇਖੋ ਜਨਵਰੀ ਐਂਡ ਫੈਬ, ਇਹ ਫਸਟ ਮੰਥਸ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਇਹਨੂੰ ਅਸੀਂ ਮੈਂਸ਼ਨ ਕਰਾਂਗੇ। ਦੇਖੋ ਕਿੱਦਾਂ ਫਸਟ ਲਾਈਨ ਫਾਰਮੂਲਾ ਫਸਟ ਯੂਜ਼ ਕਰਕੇ ਕਿੱਦਾਂ ਬਣਾਈ, ਇਟ ਇਜ਼ ਐਵੀਡੈਂਟ ਫਰਮ ਦ ਗ੍ਰਾਫ। ਇਸ ਪਹਿਲੀ ਲਾਈਨ ਤੁਸੀਂ ਕਿਸੇ ਵੀ ਗ੍ਰਾਫ 'ਚ ਲਿਖ ਸਕਦੇ ਹੋ, ਔਰ ਇਟ ਇਜ਼ ਐਵੀਡੈਂਟ ਫਰਮ ਦ ਗ੍ਰਾਫ। ਉਸ ਤੋਂ ਬਾਅਦ ਦੇਖੋ ਦੈਟ, ਹੁਣ ਸਾਡਾ ਸਬਜੈਕਟ ਕੀ ਹੈ, क्योंकि ਅਸੀਂ ਵਿਜ਼ਿਟਸ ਬਾਰੇ ਗੱਲ ਕਰ ਰਹੇ ਹਾਂ, ਦ ਨੰਬਰ ਆਫ ਵਿਜ਼ਿਟਸ ਟੂ ਦ ਫ੍ਰੈਂਚ ਕਲੱਬ, ਫ੍ਰੈਂਚ ਕਲੱਬ ਬਾਰੇ ਗੱਲ ਕਰ ਰਹੇ ਹਾਂ। ਸੋ ਇਹ ਸਾਡਾ ਆ ਗਿਆ ਸਬਜੈਕਟ, ਦ ਨੰਬਰ ਆਫ ਵਿਜ਼ਿਟਸ ਟੂ ਦ ਫ੍ਰੈਂਚ ਕਲੱਬ, ਦੈਨ had been,
हैड बीन, वॉज भी लगा सकते हो, ऑलमोस्ट या अप्रॉक्सीमेटली, दोनों चो कोई भी एक चीज लगा लो, ऑलमोस्ट। हुन कांस्टेंट, इक्वल या सेम, तीनों चो कोई भी एक चीज ऑलमोस्ट कांस्टेंट प्लस अराउंड, अराउंड आ गया। हुन 58,000 इथे ਅਸੀਂ ਦੇਖਿਆ कि 58,000 है, नंबर लग गया। देन टाइम, हुन टाइम है जनवरी एंड फेब, ਇਹਦੇ ਤੇ ਪਹਿਲੇ 2 ਮਹੀਨੇ। ਸੋ ਇਨ ਦਾ ਫਸਟ 2 ਮੰਥਸ, ਰਾਈਟ। ਜੇ ਤੁਸੀਂ ਇਦਾਂ ਆਪਣੀ ਲਾਈਨ ਬਣਾਓਗੇ, ਆਈ ਅਸ਼ੋਰ ਯੂ ਕਿ ਤੁਹਾਡੀ ਲਾਈਨ 100% ਕਰੈਕਟ और बहुत ही ਵਧੀਆ ਲਾਈਨ ਬਣੇਗੀ। ਹੁਣ ਸੈਕੰਡ ਐਗਜ਼ਾਮਪਲ ਦੇਖਦੇ ਹਾਂ, ਸੈਕੰਡ ਤਰੀਕਾ, ਸੈਕੰਡ ਫਾਰਮੂਲਾ। ਹੁਣ ਸੈਕੰਡ ਜੇ ਅਸੀਂ ਵਰਬਸ ਯੂਜ਼ ਕਰਨੇ, ਹੁਣ ਇੱਥੇ ਅਸੀਂ ਨਾਮ ਯੂਜ਼ ਕੀਤੇ ਪਹਿਲੇ, ਜੇ ਅਸੀਂ ਵਰਬਸ ਯੂਜ਼ ਕਰੀਏ ਜਿਹਦਾ ਕਿ ਰਿਮੇਨ ਕਨਸਟੈਂਟ, ਸਟੈਗਨੇਟ, ਸਟੇ ਐਟ ਦ ਸੇਮ ਲੈਵਲ ਔਰ ਲੈਵਲ ਆਫ। ਹੁਣ ਇੱਥੇ ਦੇਖੋ ਅਸੀਂ ਇਸੇ ਲਾਈਨ ਨੂੰ ਫਿਰ ਫਰੇਜ਼ ਕਰਦੇ ਹਾਂ। ਫਾਰਮੂਲਾ ਸਾਡਾ ਹੋਏਗਾ ਸਬਜੈਕਟ प्लस वर्ब दी सेकंड फॉर्म प्लस अराउंड प्लस नंबर प्लस टाइम। देखो कितना लाइन बनानी है, नंबर ऑफ विजिट्स टू द फ्रेंच क्लब और विजिटर्स टू द फ्रेंच क्लब, ये साडे हो गए दोनों सब्जेक्ट, दोनों चो कोई भी एक चीज लिख सकते हो। देन ਅਸੀਂ ਲਿਖਾਵਾਂਗੇ वर्ब ਦੀ सेकंड फॉर्म। ਹੁਣ ਜੇ रिमेन कांस्टेंट है, सेकंड फॉर्म की बन जाएगा रिमेन दा रिमेन्ड, सो रिमेन्ड कांस्टेंट, स्टैग्नेट दा स्टैग्नेटेड, स्टे एट द सेम लेवल, स्टेड एट द सेम लेवल एंड लेवल ऑफ द बन जाएगा लेवल्ड ऑफ, लग गया। उस तो बाद अराउंड, अराउंड लग गया। देन नंबर 58,000, देन इन द फर्स्ट 2 मंथ्स, ਇਹ ਜਿਹੜਾ ਤੁਸੀਂ ਵੀ ਲਿਖ ਸਕਦੇ ਹੋ द मंथ ऑफ जनवरी एंड फरवरी, ਕਿਸੇ ਵੀ ਤਰੀਕੇ ਨਾਲ। ਇੱਕ ਹੋਰ ਫਾਰਮੂਲਾ ਜਿਹਦੇ ਨਾਲ ਤੁਸੀਂ ਆਪਣੀ ਲਾਈਨ ਬਣਾ ਸਕਦੇ ਹੋ, ਦੇਖੋ फॉर्मूला है सब्जेक्ट प्लस enjoyed प्लस a period of stability, ये तुसी phrase यूज करोगे, प्लस around, then number and then time। देखो एग्जांपल, the attendance of members to French club। ਹੁਣ ਤੁਸੀਂ ਦੇਖੋ ਤੁਸੀਂ ਸਬਜੈਕਟ ਅਸੀਂ ਇਹ ਯੂਜ਼ ਕੀਤਾ ਹੈ, ਇਹਨਾਂ ਚੋਂ ਕੋਈ ਵੀ ਤੁਸੀਂ ਸਬਜੈਕਟ ਇਹ ਵੀ ਅਸੀਂ ਸਬਜੈਕਟ ਦੱਸਿਆ, ਇਹ ਵੀ कोई भी सब्जेक्ट लगा सकते हो, राइट। उस तो बाद enjoyed आ गया, राइट। then a period of stability around 58,000, then in the month of January and Feb, तो in the month of in the first 2 months भी लिख सकते हो। so इस तरीके नाल तुसी अपनी फर्स्ट लाइन हो ਇੱਥੇ ਤਾਂ देखो फर्स्ट बन गई, पर ग्राफ ਦੇ ਵਿੱਚ ਕਿਤੇ ਵੀ ਜਿੱਥੇ ਚੀਜ਼ ਕਾਂਸਟੈਂਟ ਹੈ, ਸੇਮ ਹੈ, ਇਕੁਅਲ ਹੈ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਹੁਣ ਬਾਰ-ਬਾਰ ਦੇਖੋ ਗ੍ਰਾਫ ਦੇ ਵਿੱਚ ਚੀਜ਼ਾਂ ਘਟਦੀਆਂ ਵੱਧਦੀਆਂ ਜਾਂ ਸੇਮ ਰਹਿੰਦੀਆਂ, ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇੱਕ ਵਾਰੀ ਇਹ ਤਰੀਕਾ ਯੂਜ਼ ਕਰ ਲਿਆ, ਫਿਰ ਇਹ ਕਰ ਲਿਆ, ਫਿਰ ਇਹ ਕਰ ਲਿਆ। ਸੋ ਇਹਦੇ ਨਾਲ ਕੀ ਹੈ, ਤੁਹਾਡੀ ਵੇਰੀਏਸ਼ਨ ਆਏਗੀ, ਰਿਪੀਟ ਬਿਲਕੁਲ ਨਹੀਂ ਹੋਏਗਾ, ਐਗਜ਼ਾਮਨਰ ਬਹੁਤ ਈਜ਼ੀਲੀ ਤੁਹਾਨੂੰ ਬੈਂਕ ਸਕੋਰ ਦੇ ਦੇਗਾ। ਹੁਣ ਦੇਖੋ इन दी मंथ ऑफ मार्च, ਹੁਣ ਅਸੀਂ जनवरी फेब कर चुके हैं, कांस्टेंट है। मार्च के मंथ देखो थोड़ा जा घटिया, उस बाद अप्रैल च फिर वध गया, अप्रैल और मई दोनों सेम ने, और जून च फिर वध गया। ਹੁਣ ਅਸੀਂ कांस्टेंट की गल कर चुके हैं, ਹੁਣ ਅਸੀਂ ਦੇਖਾਂਗੇ कि ਅਸੀਂ इंक्रीज और डिक्रीज किद्दां करना है। ਹੁਣ ਜੇ ਅਸੀਂ ਆਪਣੀ ਲਾਈਨ ਦੇ ਵਿੱਚ ਨਾउन इंक्रीज ਨੂੰ ਨਾउन ਦੇ ਤਰੀਕੇ ਨਾਲ ਲਿਖਣਾ, ਤੇ ਅਸੀਂ ਇਹ ਵਰਡਸ ਦਾ ਇਸਤੇਮਾਲ ਕਰਾਂਗੇ, an increase, a rise, a growth, an improvement, an upturn। ਤੇ ਜੇ ਅਸੀਂ ਡਿਕਰੀਜ਼ ਬਾਰੇ ਗੱਲ ਕਰਨੀ ਹੈ, ਫਿਰ ਆਏਗਾ a fall, a decrease, a decline, a downturn। ਤੇ ਜੇ ਹੁਣ ਅਸੀਂ verbs increase ਨੂੰ verb ਦੇ ਤਰੀਕੇ ਨਾਲ ਲਿਖਣਾ ਹੈ, ਫਿਰ ਅਸੀਂ ਯੂਜ਼ ਕਰਾਂਗੇ go to, take off, soar, rise, climb, escalate। ਇਹਦਾ ਤਾਂ ਅਸੀਂ verb ਦੀ second form ਯੂਜ਼ ਕਰਾਂਗੇ, ਸੋ ਬਣ ਜਾਏਗਾ went to, took off, soared, rose, climbed, escalated। तो जे ਅਸੀਂ decrease ਦੀ ਗੱਲ ਕਰਨੀ ਹੈ, ਤੇ go down, went down, fall, fell, drop, dropped, decline, declined, decrease, decreased, plummet, plummeted। ਹੁਣ ਅਸੀਂ ਦੇਖਦੇ ਹਾਂ ਫਾਰਮੂਲਾ। ਜੇ ਅਸੀਂ verb ਨੂੰ ਇਸਤੇਮਾਲ ਕਰਨਾ increase or decrease ਦੇ, ਸਾਡਾ ਫਾਰਮੂਲਾ ਹੋਏਗਾ subject plus verb ਦੀ second form plus to plus number plus time। let's have an example। ਇੱਥੇ ਦੇਖੋ, however in the month of March, ਇੱਥੇ ਦੇਖੋ it ਸਾਡਾ ਸਬਜੈਕਟ ਹੈ, ਕਿਉਂਕਿ ਅਸੀਂ ਆਲਰੇਡੀ ਫ੍ਰੈਂਚ ਕਲੱਬ ਦੀ ਪਿੱਛੇ ਗੱਲ ਕਰ ਚੁੱਕੇ ਹਾਂ, ਸੋ ਇੱਥੇ ਅਸੀਂ ਇੱਕ ਦਾ ਪ੍ਰਯੋਗ ਕਰਾਂਗੇ। ਡਿਕਰੀਜ਼ਡ, ਕਿਉਂਕਿ ਇੱਥੇ ਦੇਖੋ ਕਿ ਇੱਥੇ 60 ਤੋਂ ਥੋੜਾ ਜਿਹਾ ਥੱਲੇ ਸੀਗਾ, 57 58 ਅਸੀਂ ਪਿੱਛੇ ਲਿਖਿਆ, ਬਟ ਇਹਦੇ ਨਾਲੋਂ ਘਟ ਗਿਆ, ਰਾਈਟ, almost around 50 ਹੈ, ਰਾਈਟ। ਸੋ ਅਸੀਂ ਇੱਥੇ ਇਹਦੇ ਨਾਲੋਂ ਘਟ ਗਿਆ, ਸੋ ਡਿਕਰੀਜ਼ ਹੈ, ਇੱਥੇ ਅਸੀਂ ਲਿਖਿਆ ਇਟ ਡਿਕਰੀਜ਼। ਆ ਦੇਖੋ ਅਸੀਂ ਵਰਬ ਯੂਜ਼ ਕੀਤੀ, ਵਰਬ ਡਿਕਰੀਜ਼, ਦੇਖੋ डिक्रीज, ਹੁਣ ਅਸੀਂ डिक्रीज ਦੀ सेकंड फॉर्म इस्तेमाल की डिक्रीज्ड, राइट। सो सब्जेक्ट आ गया, सेकंड फॉर्म आ गई, देन ਅਸੀਂ ਲਗਾਇਆ टू। नेक्स्ट इज नंबर। ਹੁਣ देखो ਇੱਥੇ ਅਸੀਂ
50,000 साडा इत्थे बन रहा है, सो इत्थे असीं लगाता अपना नंबर, राइट, नंबर देन टाइम। हुण टाइम लगाउण दे दो तरीके ने, असीं देखो इत्थे पहला यूज करता इन द मंथ ऑफ मार्च, टाइम दसदा भी मार्च दे मिनट, या तो तुसीं पहला भी लगा सकदे हो या इत्थे भी इदां भी लगा सकदे हो, हाउएवर इट डिक्रीज टू 50,000 इन द मंथ ऑफ मार्च, इस तरीके नाल। हुण नेक्स्ट तुसीं देखो कि तो बाद अप्रैल दे मंथ च सडन इंक्रीज है इहदे च, राइट, इंक्रीज है, सो अगे भी असीं लगावांगे फॉलोड बाय। फॉलोड बाय असीं तद लगाना कि जिस मंथ की असीं गल कर रहे हैं, जिस चीज की गल कर रहे हैं, उस तो तुरंत बाद जो भी चेंज होया, इंक्रीज है, डिक्रीज है या जो भी है, ਉਹਦੇ ਲਈ ਅਸੀਂ ਲਗਾਵਾਂਗੇ फॉलोड बाय। सो ਇੱਥੇ ਅਸੀਂ ਲਗਾਤਾ फॉलोड बाय प्लस नाउन एडवर्ब प्लस नाउन इंक्रीज एंड डिक्रीज, देन टू या ऑफ प्लस नंबर या अमाउंट। ਹੁਣ ਤੁਸੀਂ ਦੇਖੋ नाउन एडवर्ब, ਹੁਣ नाउन एडवर्ब ਅਸੀਂ ਤਦ ਲਗਾਣਾ ਹੈ, ਅਸੀਂ ਇਹਨੂੰ ਨਾउन ਦੇ ਅੱਗੇ ਹੀ ਲਗਾਵਾਂਗੇ ਨਾउन ਐਡਵਰਬ ਨੂੰ। ਹੁਣ ਇਹਦੇ ਵਿੱਚ ਤੁਸੀਂ ਦੇਖੋ ਨਾउन ਐਡਵਰਬ, ਦੇਖੋ ਹੁਣ ਆ ਸਾਡੇ ਨਾउन ਐਡਵਰਬ ਹੈ, ਇੱਥੇ ਅਸੀਂ ਲਗਾਇਆ ਹੈ ਮੋਡਰੇਟ, ਰਾਈਟ, मॉडरेट लगाया। हुण इत्थे देखो मार्जिन तो बाद थोड़ा जिहा स्लाइट चेंज है, ऊपर है, इंक्रीज है, सो इत्थे असीं वर्ड लगाता मॉडरेट, राइट, सो मॉडरेट यूज हो गया। देन इंक्रीज है, असीं इंक्रीज दे आ देखो इंक्रीज लगाया, देन उस तो बाद टू या ऑफ, राइट, इत्थे असीं ऑफ दा यूज कीता, देन नंबर या अमाउंट। हुण तुसीं ये देखो क्योंकि साडा लाइन साडी शुरू हुई, इस तो बाद फॉलोड बाय अ मॉडरेट इंक्रीज, राइट, साडा फॉर्मूला आ गया फॉलोड बाय अ मॉडरेट, असीं नाउन एडवर्ब लगाया मॉडरेट, क्योंकि साडा इत्थे मॉडरेट मीडियम जिहा चेंज है। तुसीं मीडियम चेंज देखो, जे तां साडा हुण जे स्मॉल चेंज है, इन्ना जिहा ही चेंज है, ते असीं नाउन एडवर्ब लगावांगे मिनिमल, स्लाइट ते स्लो। जे साडा लार्ज चेंज है, देन शार्प, रैपिड एंड सिग्निफिकेंट। जे साडा मीडियम चेंज है, मतलब ना ज्यादा लार्ज है ना ज्यादा स्मॉल है, फिर असीं लगावांगे मॉडरेट ते मॉडेस्ट। ते इत्थे साडा मॉडरेट या मॉडेस्ट चेंज है, तो असीं इत्थे लगा दिता अपना मॉडरेट। उस तो बाद असीं लगा दिता इंक्रीज, नाउन इंक्रीज दे विच असीं इंक्रीज यूज करता, इंक्रीज, देन ऑफ। हुण ऑफ ते टू किदां यूज करना है, जे तां तुसीं यूज करना है ऑफ। हुण तुसीं इत्थे देखो कि इत्थे, राइट, इत्थे इहदे विचों ਇਹ 50 ਸੀਗਾ, ਹੁਣ ਇਹ ਦੇਖੋ ਬਿਲਕੁਲ 60 ਨੂੰ ਟੱਚ ਕਰ ਰਿਹਾ ਹੈ, ਰਾਈਟ। ਜੇ ਤੁਸੀਂ ਆਫ ਯੂਜ਼ ਕਰਨਾ ਹੈ, ਫਿਰ ਤੁਸੀਂ ਕੀ ਕਰਨਾ ਕਿ ਜਿੰਨਾ ਵਧਿਆ ਇਹਦੇ ਚੋਂ ਇਹਨੂੰ ਘਟਾ ਦੇਣਾ। ਹੁਣ ਇਹ 60 ਹੈ, 50 ਸੀਗਾ, 60 ਮਾਈਨਸ 50 10, ਅਸੀਂ ਲਗਾ ਦਿੱਤਾ 10,000। पर जे तुसी 2 लगाना है, फिर तुसी देखना कि कितना कित्थे तक पहुंचा है। हुण इत्थे 60 तक पहुंचे, जे इत्थे 2 लगांदे, राइट, 2 लगांदे इत्थे असीं मान लो इत्थे 2 लगांदे, फिर इत्थे असीं लिखना सी 60,000। हुण असीं लाइन देखदे हां, पहले से यूज कर ली, however in the month of March it's decreased to 50,000, then followed by April से देखो followed by a moderate increase of 10,000, जैसे 2 लगाना है तो 60,000। ओके, आई होप इट्स क्लियर टू यू। हुण अगे देख रहे हैं, नेक्स्ट लाइन देखो, हुण अगे देखो मई और जून दे विच, राइट, सो अप्रैल और मई ऑलमोस्ट दोनों सेम ने, कांस्टेंट ने। देन जून दे विच तुसीं देखो फिर वध गया, राइट, 60 तो थोड़ा जिहा पार हो गया। हुण असीं इहनूं किद्दां लिखांगे? हुण अगे देखो साडा फार्मूला है सब्जेक्ट, जे असीं फार्मूला नाउन यूज करना है, नाउन देन सब्जेक्ट या इट भी लगा सकते, बिकॉज ऑलरेडी असीं गल कर चुके हैं। विटनेस्ड या रिपोर्टेड या डेमोन्स्ट्रेटेड या शोड, इन्हां चों तुसीं कुछ भी यूज कर सकते हो। देन नाउन एडवर्ब असीं ऑलरेडी कर चुके हैं। देन प्लस नाउन इंक्रीज एंड डिक्रीज, अकॉर्डिंगली असीं देख लेना है। हुण इत्थे इंक्रीज होया, नाउन इंक्रीज एंड डिक्रीज, देन टू या ऑफ, नंबर या अमाउंट, प्लस टाइम। हुण तुसीं देखो इत्थे after that it again leveled off around 60,000 in the month of April and May। ਹੁਣ ਕਿਉਂ ਅਸੀਂ ਆਲਰੇਡੀ ਕਾਂਸਟੈਂਟ ਦੀ ਗੱਲ ਕਰ ਚੁੱਕੇ ਸੀ, ਉਹਦੇ ਚ ਅਸੀਂ ਤੁਹਾਨੂੰ ਨਾउन्स ਯੂਜ਼ ਕਰਾਏ ਸੀਗੇ, ਰਾਈਟ, ਲੈਵਲ ਆਫ ਦੀ ਅਸੀਂ ਗੱਲ ਕੀਤੀ ਸੀਗੀ। ਸੋ ਆਫਟਰ ਦੈਟ ਇਟ ਅਗੇਨ ਲੈਵਲਡ ਆਫ, ਲੈਵਲਡ ਮੀਨਸ ਕਾਂਸਟੈਂਟ ਰਹਿ ਰਿਹਾ ਅਪ੍ਰੈਲ ਔਰ ਮਈ ਦੇ ਮੰਥ ਦੇ ਵਿੱਚ, ਅਰਾਊਂਡ ਕਿੰਨਾ 60,000 ਇਨ ਦ ਮੰਥ ਆਫ ਅਪ੍ਰੈਲ ਐਂਡ ਮਈ। ਅਸੀਂ ਇਹਨੂੰ ਕਲੀਅਰ ਕਰ ਲਿਆ। ਹੁਣ ਜੂਨ ਦੇ ਵਿੱਚ ਕਿਉਂਕਿ ਵਧਿਆ ਹੈ, ਤੁਸੀਂ ਦੇਖੋ ਇਨ ਦ ਮੰਥ ਆਫ ਜੂਨ, ਹੁਣ ਸਾਡਾ ਸਬਜੈਕਟ ਹੈ ਦ ਵਿਜ਼ਿਟਸ, ਰਾਈਟ, ਅਸੀਂ ਲਗਾ ਲਿਆ द विजिट्स, क्योंकि विजिट्स की गल हो रही है। देन असी विटनेस, रिपोर्टेड, डेमोन्स्ट्रेटेड, शोड, असी इत्थे यूज किया विटनेस्ड, तुसी कुछ भी लगा सकते हो, रिपोर्टेड, डेमोन्स्ट्रेटेड, शोड। देन नाउन एडवर्ब अ स्लाइट, क्योंकि इहदे विच हल्का जिहा चेंज है, असी इत्थे लगा दिता साडा नाउन एडवर्ब स्लाइट। जे लार्ज हुंदा फिर असी इहदे चों शार्प,
रैपिड सिग्निफिकेंट कुछ भी यूज कर सकते सी इत्थे क्योंकि हल्का जिहा चेंज है स्लाइट चेंज है ਅਸੀਂ लगा देता इत्थे स्लाइट ਹੁਣ ਨੈਕਸਟ ਦੇਖੋ ਤੁਸੀਂ ਸਾਡੇ ਉਹਦੇ ਨਾਲ ਨਾउन ਇਨਕਰੀਜ਼ ਲਗਾ ਦਿੱਤਾ ਸਾਡਾ ਵਰਡ ਆ ਗਿਆ ਫਿਰ ਇਨਕਰੀਜ਼ ਅਸੀਂ ਤੇ ਇਨਕਰੀਜ਼ ਲਗਾ ਦਿੱਤਾ ਇਹਦੇ ਚ ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਸੀ ਅ ਸਲਾਈਟ ਰਾਈਜ਼ ਅ ਸਲਾਈਟ ਗਰੋਥ ਅ ਸਲਾਈਟ ਇੰਪਰੂਵਮੈਂਟ ਕੁਝ ਵੀ ਯੂਜ਼ ਕਰ ਸਕਦੇ ਸੀ ਅਸੀਂ ਯੂਜ਼ ਕਰ ਲਿਆ ਦੈਨ ਤੁਸੀਂ ਦੇਖੋ ਟੂ ਜਾਂ ਆਫ ਹੁਣ टू ऐसे टू लगाया राइट हुन ऑलमोस्ट बिकॉज वी आर नॉट श्योर ऑलरेडी ਅਸੀਂ ਗੱਲ ਕਰ ਚੁੱਕੇ ਹਾਂ ਕਿਉਂਕਿ ਥੋੜਾ ਜਿਹਾ ਉੱਪਰ ਹੈ ਸਾਨੂੰ ਐਗਜ਼ੈਕਟ ਨਹੀਂ ਪਤਾ ਅਸੀਂ ਇਹਦੇ ਨਾਲ ਲਗਾ ਦਿੱਤਾ ਸੀ ऑलमोस्ट देन हुन 64 ਦੇ ਅਰਾਊਂਡ ਹੈ ਰਾਈਟ 64 63 ਕੁਝ ਵੀ ਸੋ ਅਸੀਂ ਲਗਾਤਾ ऑलमोst 64,000 ਹੁਣ ਅਸੀਂ ਪੂਰਾ ਫ੍ਰੈਂਚ ਕਲੱਬ ਨੂੰ ਡਿਸਕ੍ਰਾਈਬ ਕਰਤਾ ਪਹਿਲਾਂ ਅਸੀਂ ਕਾਂਸਟੈਂਟ ਦੀ ਗੱਲ ਕੀਤੀ ਸੀ ਫਿਰ ਅਸੀਂ ਡਿਕਰੀਜ਼ ਨੂੰ ਸ਼ੋ ਕਰਤਾ ਫਿਰ ਕਾਂਸਟੈਂਟ ਅਸੀਂ ਲੈਵਲ ਟਾਪ ਲਗਾਤਾ ਐਂਡ ਫਾਈਨਲੀ ਇਨ ਦ ਮੰਥ ਆਫ ਜੂਨ ਇਨਕਰੀਜ਼ ਆ ਗਿਆ ਸੋ ਦੇਖੋ ਹਾਊਐਵਰ ਇਨ ਦ ਮੰਥ ਆਫ ਮਾਰਚ ਇਟ ਡਿਕਰੀਜ਼ ਟੂ 50,000 followed by a moderate increase of 10,000 ਜੇ 2 ਦੀ ਆਫ ਦੀ ਜਗ੍ਹਾ ਤੁਸੀਂ 2 ਲਗਾਣਾ ਤੇ 60,000 ਆ ਜਾਏਗਾ after that it again leveled off around 60,000 in the month of April में ਇਹ ਸਾਡੀ ਕਾਂਸਟੈਂਟ ਦੀ ਗੱਲ ਹੋ ਗਈ ਐਂਡ ਲਾਸਟ ਦੇ ਵਿੱਚ ਇਨਕਰੀਜ਼ ਆਇਆ ਫਿਰ ਲਗਾ in the month of June ਹੁਣ ਸੇਮ ਇਦਾਂ ਹੀ ਤੁਸੀਂ 2 ਤੋਂ ਬਾਅਦ ਨੰਬਰ ਜਾਂ ਅਮਾਉਂਟ ਅਸੀਂ ਲਗਾਤਾ ਐਂਡ ਦੈਨ ਆ ਜਿਹੜਾ ਟਾਈਮ ਹੈ ਅਸੀਂ ਇੱਥੇ ਪਹਿਲਾਂ ਲਗਾਇਆ in the month of June ਤੁਸੀਂ ਇਹਨੂੰ ਐਂਡ ਵਿੱਚ ਵੀ ਲਗਾ ਸਕਦੇ ਹੋ ਇੱਦਾਂ ਵੀ ਲਿਖ ਸਕਦੇ ਹੋ the visits witness a slight increase to almost 64,000 in the month of जून इन्हों एंड भी लगा सकते हो आई होप इट्स क्लियर ये दोनों फॉर्मूलाज यूज करके तुसी बहुत ईजिली और जेड़ा कांस्टेंट वाला भी ਅਸੀਂ ਗੱਲ ਕੀਤਾ है वो यूज करके तुसी अपना ईजिली ये पैराग्राफ बना सकते हो सो हुण ਅਸੀਂ ਗੱਲ ਕਰਦੇ ਹਾਂ ब्रिटिश क्लब ਦੀ ब्लैक वाला देखो ਇਹਦੇ ਵਿੱਚ जनवरी एंड फेब ਦੇ मंथ ਦੇ ਵਿੱਚ अराउंड 60,000 है राइट दोनों सेम ने फिर उस बाद मार्च ਵਿੱਚ देखो काफी ज्यादा स्टीप डिक्रीज होया कि घट गया अराउंड 40,000 तो थोड़ा जिहा ऊपर पहुंच गया राइट उस तो बाद अप्रैल और मई दोनों सेम ने फिर इंक्रीज हो गया अप्रैल ਦੇ ਵਿੱਚ और अप्रैल और मई सेम ने और जून ਦੇ ਵਿੱਚ फिर वध गया चलो हम देखते हैं कितना लिखना ਹੁਣ ਤੁਸੀਂ ਦੇਖੋ ਬ੍ਰਿਟਿਸ਼ ਕਲੱਬ ਵਿਜ਼ਿਟਰਸ ਕਿਉਂਕਿ ਅਸੀਂ ਵਿਜ਼ਿਟਰਸ ਦੀ ਗੱਲ ਕੀਤੀ ਹੈ ਨੰਬਰ ਆਫ ਵਿਜ਼ਿਟਰਸ ਨੇ ਸੋ ਬ੍ਰਿਟਿਸ਼ ਕਲੱਬ ਵਿਜ਼ਿਟਰਸ ਹੁਣ ਤੁਸੀਂ ਦੇਖੋ ਕਿ ਜਨ ਔਰ ਫੈਬ ਦੇ ਵਿੱਚ ਕਿਉਂਕਿ ਸਟੇਬਲ ਰਹੇ ਹੈ ਅਸੀਂ ਇਹਦੇ ਵਿੱਚ कांस्टेंट द ਅਸੀਂ वर्ब लगाता कांस्टेंट क्योंकि दोनों कांस्टेंट ने ਅਸੀਂ लगाता रिमेन्ड स्टेबल ऑलरेडी ਅਸੀਂ ਇੱਥੇ ਗੱਲ ਕੀਤੀ ਕਿ ਜੇ ਅਸੀਂ वर्ब लगाना है ਤੇ ਅਸੀਂ ਸਬਜੈਕਟ ਤੋਂ ਬਾਅਦ वर्ब ਦੀ ਸੈਕੰਡ ਫਾਰਮ ਲਗਾਣੀ ਹੈ ਸੋ ਅਸੀਂ ਰਿਮੇਨ ਦਾ ਰਿਮੇਨਡ ਸਟੇਬਲ ਕਰਤਾ ਤੁਸੀਂ ਸਟੈਗਨੇਟਡ ਜਾਂ ਸਟੇਡ ਕਾਂਸਟੈਂਟ ਕੁਝ ਵੀ ਯੂਜ਼ ਕਰ ਸਕਦੇ ਹੋ ਰਿਮੇਨ ਸਟੇਬਲ ਅਰਾਊਂਡ 60,000 ਕਿਉਂਕਿ ਵੀ ਆਰ ਨਾਟ श्योर ਥੋੜਾ ਜਿਹਾ ਉੱਪਰ ਲੱਗ ਰਿਹਾ ਸੋ ਅਸੀਂ ਅਰਾਊਂਡ ਯੂਜ਼ ਕਰਤਾ then 60,000 in the first 2 months right first 2 months ਤੁਸੀਂ ਤੇ in the month of January or February ਲਿਖ ਸਾਡੀ ਪਹਿਲੀ ਲਾਈਨ ਹੋਗੀ ਨੈਕਸਟ ਦੇਖੋ ਉਸ ਤੋਂ ਬਾਅਦ ਕਾਫੀ ਜ਼ਿਆਦਾ ਸਟੀਪ ਕਾਫੀ ਜ਼ਿਆਦਾ ਗਿਰਾਵ ਆਇਆ ਮਾਰਚ ਦੇ ਵਿੱਚ ਵਿਜ਼ਿਟਰਸ ਦੇ ਵਿੱਚ ਸੋ ਅਸੀਂ ਲਾਰਜ ਚੇਂਜ ਦੇ ਵਿੱਚ ਅਸੀਂ ਯੂਜ਼ ਕੀਤੇ ਨੇ ਨਾਉਨ ਐਂਡ ਵਰਬਸ ਸ਼ਾਰਪ ਰੈਪਿਡ ਸਿਗਨੀਫੀਕੈਂਟ ਅਸੀਂ ਤੇ ਸਿਗਨੀਫੀਕੈਂਟ ਯੂਜ਼ ਕੀਤਾ ਤੁਸੀਂ ਸ਼ਾਰਪ ਰੈਪਿਡ ਕੁਝ ਵੀ ਯੂਜ਼ ਕਰ ਸਕਦੇ ਦੇਖੋ ਆ ਗਿਆ ਸਿਗਨੀਫੀਕੈਂਟ ਕਿਉਂਕਿ ਡਿਕਰੀਜ਼ ਹੈ ਸੋ ਡਿਕਰੀਜ਼ ਹੈ ਸਾਡੇ ਕੋਲ ਆ ਗਿਆ fall, decrease, decline, downturn ਅਸੀਂ downturn use ਕੀਤਾ so a significant downturn of 20,000 ਤੁਸੀਂ ਦੇਖੋ ਅਸੀਂ ਫਾਰਮੂਲਾ ਦੇ ਵਿੱਚ ਰਾਈਟ ਹੁਣ ਇੱਥੇ ਤੁਸੀਂ ਦੇਖੋ ਫਾਰਮੂਲਾ ਦੇ ਵਿੱਚ ਅਸੀਂ ਲਗਾਇਆ ਹੈ ਇਹਦੇ ਵਿੱਚ ਰਾਈਟ ਸੋ ਅਸੀਂ a significant ਆ ਵਾਲਾ ਫਾਰਮੂਲਾ ਰਾਈਟ ਅਸੀਂ ਇੱਕ ਨਵਾਂ ਫਾਰਮੂਲਾ ਯੂਜ਼ ਕੀਤਾ ਜਿਹਦੇ ਵਿੱਚ ਅਸੀਂ ਨਾਉਨ ਇੱਕ ਤਾਂ ਅਸੀਂ ਦੋ ਫਾਰਮੂਲੇ ਪਹਿਲਾਂ ਡਿਸਕਸ ਕਰ ਚੁੱਕੇ ਜਿਸ ਅਸੀਂ ਵਰਬ ਤੇ ਨਾਉਨ ਜੇ ਸ਼ੁਰੂ ਕੀਤਾ ਹੁਣ ਅਸੀਂ ਹੋਰ ਤਰੀਕੇ ਨਾਲ ਨਾਉਨ ਦੇ ਵਿੱਚ ਫਾਰਮੂਲਾ ਨੂੰ ਨਾਉਨ ਚ ਯੂਜ਼ ਕਰ ਸਕਦੇ ਹਾਂ ਜਿਹਦੇ ਚ ਅਸੀਂ ਸਟਾਰਟਿੰਗ ਆਫ ਸੈਂਟੈਂਸ ਨਾਉਨ ਐਡਵਰਬ ਦੇ ਨਾਲ ਕਰਾਂਗੇ ਪਹਿਲਾਂ ਅਸੀਂ ਸਬਜੈਕਟ ਨਾਲ ਕੀਤੀ ਇਹਦੇ ਚ ਅਸੀਂ ਨਾਉਨ ਐਡਵਰਬ ਦੇਖੋ ਫਾਰਮੂਲਾ ਪਹਿਲਾਂ ਦੇਖੋ ਨਾਉਨ ਐਡਵਰਬ ਉਸ ਤੋਂ ਬਾਅਦ ਨਾਉਨ ਇਨਕਰੀਜ਼ ਐਂਡ ਡਿਕਰੀਜ਼ ਦਾ ਰਾਈਟ ਉਸ ਤੋਂ ਬਾਅਦ ਆਫ ਜਾਂ ਟੂ plus number या amount then was या had been then witnessed reported observed demonstrated showed कुछ भी लगा के then time ਹੁਣ ਅਸੀਂ एग्जांपल देखो ਇਹਦੇ ਚ a significant downturn क्योंकि ਅਸੀਂ sentence अपना noun adverb ਤੋਂ ਸ਼ੁਰੂ ਕੀਤਾ so significant क्योंकि large काफी है so sharp rapid ਅਸੀਂ significant ਲਗਾ ਤੁਸੀਂ rapid ਵੀ ਲਗਾ ਸਕਦੇ ਹੋ sharp ਵੀ ਲਗਾ ਸਕਦੇ ਹੋ right so significant क्योंकि decrease है ਤੇ ਅਸੀਂ decrease ਲਗਾ ਦਿੱਤਾ डिक्लाइन आ सकता है ਅਸੀਂ डाउनटर्न लगा देता है डिक्लाइन आ सकता है फॉल हो सकता है कुछ भी ऑफ 20,000 ਹੁਣ ਆਲਰੇਡੀ ਮੈਂ ਤੁਹਾਨੂੰ ਗੱਲ ਕੀਤੀ ਕਿ ऑफ 20,000 ਹੁਣ ਜੇ ਮੰਨ ਲਓ 2 ਹੁੰਦਾ ਤੇ ਫਿਰ ਅਸੀਂ ਐਗਜ਼ੈਕਟ ਅਮਾਉਂਟ ਲਿਖ ਦਿੰਦੇ ਸੀ ਅਰਾਊਂਡ 40,000 ਜੇ 2 ਹੁੰਦਾ ਤੇ ਰਾਈਟ ਫਿਰ ਹੁਣ ਅਸੀਂ was ਜਾਂ were ਯੂਜ਼ ਕੀਤਾ was ਜਾਂ had been ਇੱਥੇ ਅਸੀਂ had been ਕੀਤਾ ਤੁਸੀਂ was ਵੀ ਲਗਾ ਸਕਦੇ ਹੋ ਫਿਰ observed witnessed reported showed demonstrated ਕੁਝ ਵੀ ਲਗਾ ਕੇ in the time in the next month again
ਨੈਕਸਟ ਮੰਥ ਡਿਕਰੀਜ਼ ਅਸੀਂ ਲਗਾਤਾ, ਮਾਰਚ ਹੋ ਗਿਆ। ਹੁਣ ਅਪ੍ਰੈਲ ਔਰ ਮਈ ਚ ਦੇਖੋ ਇਹ ਦੋਨੋਂ ਸੇਮ ਨੇ, ਮਾਰਚ ਔਰ ਅਪ੍ਰੈਲ ਦੇ ਵਿੱਚ ਦੇਖੋ ਅਪ੍ਰੈਲ ਜਿਹੜਾ ਫਿਰ ਇੰਕਰੀਜ਼ ਹੋ ਗਿਆ ਔਰ ਅਪ੍ਰੈਲ ਔਰ ਮਈ ਦੋਨੋਂ ਸੇਮ ਨੇ। ਹੁਣ ਅਸੀਂ ਦੇਖੋ ਲਿਤਾ ਆਫਟਰ ਸਟੇਇੰਗ ਕਾਂਸਟੈਂਟ ਅਰਾਊਂਡ 62,000। ਹੁਣ ਕਿਉਂਕਿ ਇਹ ਦੋਨੋਂ ਚੀਜ਼ਾਂ ਕਾਂਸਟੈਂਟ ਨੇ, ਅਸੀਂ ਕੀ ਲਗਾਇਆ ਹੁਣ ਆਫਟਰ ਸਟੇਇੰਗ। ਹੁਣ ਤੁਸੀਂ ਦੇਖੋ ਜੇ ਅਸੀਂ ਆਫਟਰ ਦਾ ਇਸਤੇਮਾਲ ਕਰਨਾ ਹੈ ਤਾਂ ਅਸੀਂ ਉਹਦੇ ਨਾਲ verb ਦੀ ਫਸਟ ਫਾਰਮ ਪਲਸ ing। ਹੁਣ ਇਹ verb ਸਾਡੇ ਕੋਲ ਦੇਖੋ remain stable, stagnate and stay constant ਹੈ। ਹੁਣ stay ਅਸੀਂ ਇਹਦੇ ਨਾਲ staying ਲਗਾਤਾ, remaining ਲਗਾਤਾ, ਰਾਈਟ। ਸੋ ਅਸੀਂ ਇੱਥੇ after staying constant, क्योंकि दोनों constant ने, इको जे ने, राइट। सो ਅਸੀਂ ਲਗਾਤਾ after staying constant around 62, exactly around, क्योंकि ਅਸੀਂ श्योर नहीं है। सो 60 तो थोड़ा जिहा ऊपर है, 62 या 63 भी हो सकता है, एक अद्धे पॉइंट का फर्क हो सकता। तो ਅਸੀਂ ਲਗਾਤਾ around 62,000 in the month of April and May ਲਗਾ ਲਿਆ। ਹੁਣ ਨੈਕਸਟ ਦੇਖੋ ਲਾਸਟ ਪਾਰਟ, ਹੁਣ ਇਹ ਸਾਡਾ ਲਾਸਟ ਮੰਥ ਹੈ, ਇਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ। ਜੂਨ ਵਿਜ਼ਿਟਸ ਦੀ ਗੱਲ ਹੋਈ ਹੈ, ਰਾਈਟ, ਔਰ ਥੋੜਾ ਜਿਹਾ ਵੱਧ ਗਿਆ, ਰਾਈਟ। 60 ਤੋਂ ਕਾਫੀ ਮਿਡ ਦੇ ਵਿੱਚ ਹੈ, 65 ਅਰਾਊਂਡ ਹੈ। ਸੋ ਅਸੀਂ 65 ਤੋਂ ਉੱਤੇ ਹੀ ਹੈ, ਮਤਲਬ 60 ਔਰ 80 ਦੇ ਵਿੱਚ 70 ਅਰਾਊਂਡ ਹੈ, ਰਾਈਟ। ਸੋ ਅਸੀਂ ਲਗਾਇਆ they ended up। ਹੁਣ they ended up ਕਿੱਦਾਂ? they ਕਿਉਂ? ਕਿਉਂਕਿ ਅਸੀਂ ਵਿਜ਼ਿਟਰਸ ਦੀ ਗੱਲ ਕੀਤੀ ਹੈ, ਨੰਬਰ ਆਫ ਵਿਜ਼ਿਟਰਸ ਦੀ ਗੱਲ ਹੋ ਰਹੀ ਹੈ। they ended up, ਹੁਣ ended up ਆਲਰੇਡੀ ਤੁਸੀਂ ਦੇਖੋ verb ਵਾਲੇ ਫਾਰਮੂਲੇ ਚ ਅਸੀਂ verb ਦੀ ਸੈਕੰਡ ਫਾਰਮ ਹੀ ਯੂਜ਼ ਕਰਨੀ ਹੈ ਜਦ ਵੀ ਅਸੀਂ verb ਨੂੰ ਇਸਤੇਮਾਲ ਕਰਨਾ ਹੈ। ਸੋ end ਦਾ ਅਸੀਂ ਲਗਾਤਾ ended up। देयर विजिट्स, किहਨਾਂ ਦੀਆਂ ਵਿਜ਼ਿਟਸ? ਵਿਜ਼ਿਟਰਸ ਦੀਆਂ, ਕਿਉਂਕਿ ਅਸੀਂ ਆਲਰੇਡੀ ਵਿਜ਼ਿਟਰਸ ਦੀ ਗੱਲ ਕਰ ਰਹੇ ਹਾਂ, ਬ੍ਰਿਟਿਸ਼ ਕਲੱਬ ਵਿਜ਼ਿਟਰਸ ਦੀ ਗੱਲ ਹੋ ਰਹੀ ਹੈ। ਦੈਨ देयर विजिट्स अराउंड 70,000, क्योंकि 70,000 ਦੇ ਅਰਾਊਂਡ ਹੈ। ਸੋ ਅਸੀਂ ਲਿਖ ਦਿੱਤਾ they ended up their visits around 70,000। ਸੋ ਜਦ ਵੀ ਤੁਸੀਂ ਇਹਨਾਂ ਫਾਰਮੂਲੇਜ਼ ਦਾ ਇਸਤੇਮਾਲ ਕਰੋਗੇ ਬੱਚੇ, ਇੱਕ ਗੱਲ ਮੇਰੀ ਧਿਆਨ ਰੱਖਣਾ ਵੀ ਜੇ ਤੁਸੀਂ ਇਹਨਾਂ ਫਾਰਮੂਲੇਜ਼ ਨੂੰ ਯੂਜ਼ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਲਾਈਨਸ ਬਣਾਓਗੇ, ਗ੍ਰਾਮੈਟਿਕਲੀ ਕਰੈਕਟ ਰਹੋਗੇ, ਤਾਂ ਇਹ ਚੀਜ਼ ਹੋ ਹੀ ਨਹੀਂ ਸਕਦੀ ਕਿ ਤੁਹਾਡੇ ਬੈਂਸ ਨਾਲ। ਤੁਸੀਂ ਇਹਨਾਂ ਫਾਰਮੂਲੇਜ਼ ਨੂੰ ਯੂਜ਼ ਕਰੋ, ਨੋਟ ਡਾਊਨ ਕਰੋ ਔਰ ਆਪਣੇ ਟਾਸਕ 1 ਦੇ ਵਿੱਚ ਅਪਲਾਈ ਕਰੋ। ਆਈ ਅਸ਼ੋਰ ਯੂ ਤੁਹਾਡੇ ਬੈਂਸ ਜ਼ਰੂਰ ਆਉਣਗੇ। So talking about American Club, right, this red one, देखो first 4 months Jan, Feb, March, April, right, ये almost same है, right, थोड़ा Feb ਦੇ ਵਿੱਚ ਵਧਿਆ ਪਰ around 80,000 ਇਹ ਚਾਰੋਂ ਨੇ। ਸੋ ਇਹਨੂੰ ਅਸੀਂ ਕਿੱਦਾਂ ਲਿਖਾਂਗੇ? American Club visitors ਸਾਡਾ subject ਹੈ, remained almost same, right। so remain ਆ ਦੇਖੋ remained, stable, stayed, constant, ਤੁਸੀਂ ਕਿੱਦਾਂ ਵੀ ਅਸੀਂ verb ਦੀ second form ਦਾ ਇਸਤੇਮਾਲ ਕਰਨਾ ਹੈ। same around 80,000, right, 80,000 ਲਿਖਤਾ in the first 4 months, ਪਹਿਲੇ 4 ਮਹੀਨੇ। ਹੁਣ ਉਸ ਤੋਂ ਬਾਅਦ ਦੇਖੋ ਥੋੜਾ ਜਿਹਾ ਘਟਿਆ ਮਈ ਦੇ ਮੰਥ ਦੇ ਵਿੱਚ, then ਜੂਨ। ਹੁਣ ਮਈ ਇਹ ਇੰਨਾ ਇੰਪੋਰਟੈਂਟ ਨਹੀਂ ਹੈ ਲਿਖਣ ਦਾ, ਪਰ ਅਸੀਂ ਜੂਨ ਦੇ ਵਿੱਚ ਦੇਖੀਏ ਸਭ ਤੋਂ ਜ਼ਿਆਦਾ ਮੈਕਸਿਮਮ ਜਿਹੜਾ ਜੂਨ ਜਿਹੜਾ ਕਿ 1 ਲੱਖ ਨੂੰ ਟੱਚ ਕਰਿਆ, ਤੁਸੀਂ ਲਿਖਤਾ। ਉਸ ਤੋਂ ਬਾਅਦ whereas, ਸੋ ਜਦ ਵੀ ਅਸੀਂ ਕੰਪੈਰੀਜ਼ਨਸ ਦੇ ਲਈ ਅਸੀਂ ਲਿੰਕਿੰਗ ਵਰਡਸ ਯੂਜ਼ ਕਰਦੇ ਹਾਂ, ਅਸੀਂ ਇੱਥੇ ਯੂਜ਼ ਕਰਤਾ whereas। it touched the peak of, ਹੁਣ ਇੱਕ ਸਾਡਾ ਸਬਜੈਕਟ ਹੋ ਗਿਆ ਅਮਰੀਕਨ ਕਲੱਬ ਵਿਜ਼ਟਰਸ ਦਾ, touch the peak of, ਇਹ ਅਸੀਂ ਤਦ ਲਗਾਣਾ ਜਦ ਮੈਕਸਿਮਮ ਰਾਈਜ਼। ਸੋ ਇਹਨੂੰ ਕਿਉਂਕਿ ਇਹਨੇ 1 ਲੱਖ ਸਭ ਤੋਂ ਜ਼ਿਆਦਾ 1 ਲੱਖ ਇਹਦੇ ਵਿੱਚ ਉਹਨੂੰ ਟੱਚ ਕੀਤਾ ਹੈ, ਸੋ ਅਸੀਂ touched क्योंकि verb ਦੀ second form यूज की है। देखो आई बता सी फॉर्मूला लगाया, फॉर्मूला verb वाला subject plus touch the peak of, इस एक्सप्रेशन इदां ही है, touch the peak of लगा है। then हुण इत्थे क्योंकि इत्थे to नहीं लगा सकते बिकॉज ऑलरेडी ऑफ लगा एक्सप्रेशन दे विच ही है। then 1 लाख साडा नंबर आ गया, देखो नंबर 1 लाख। then साडा टाइम की है इन द मंथ ऑफ जून। सो इस तरीके नाल असीं बहुत वधिया तरीके नाल पूरे अमेरिकन क्लब नू डिस्क्राइब कर देता। Now talking about last club which is Japanese club, green in color। ਹੁਣ ਦੇਖੋ Jan और Feb ਚ ਦੋਨੋਂ almost same ਨੇ, 40 ਥੋੜਾ ਜਿਹਾ ਘੱਟ 38 39 ਦੇ ਕਰੀਬ ਹੈ। then March ਚ ਘਟ ਗਿਆ, April and May ਦੇ ਵਿੱਚ ਦੋਨੋਂ same ਨੇ, ਵੱਧ ਕੇ ਥੋੜਾ same, and June ਦੇ ਵਿੱਚ ਫਿਰ ਘਟ ਗਿਆ। ਹੁਣ ਤੁਸੀਂ ਦੇਖੋ ਅਸੀਂ ਲਿਖਿਆ ਇਹਨੂੰ Japanese club reported। ਹੁਣ ਅਸੀਂ ਇਹਦੇ ਵਿੱਚ so Japanese club, right, ਇੱਥੇ ਸਾਡਾ ਆਈ ਵਾਲੇ ਫਾਰਮੂਲੇ ਦਾ ਇਸਤੇਮਾਲ ਕੀਤਾ Japanese club reported, then ਅਸੀਂ reported, witnessed, demonstrated, showed, ਕੁਝ ਵੀ ਤੁਸੀਂ ਲਿਖ ਸਕਦੇ ਹੋ। nearly 39,000 visitors। ਹੁਣ ਅਸੀਂ ਇਹਦੇ ਵਿੱਚ increase and decrease ਦੀ ਗੱਲ ਨਹੀਂ ਕੀਤੀ ਬਿਕਾਜ਼ ਇੱਥੇ increase and decrease ਹੋਇਆ ਹੀ ਨਹੀਂ,
ਇਹ ਦੋਨੋਂ ਕਨਸਟੈਂਟ ਨੇ, ਸੋ ਅਸੀਂ ਨੰਬਰ ਦੇ ਦਿੱਤਾ। ਜਦ ਵੀ ਕਰੀ ਇਦਾਂ ਦੀ ਆਵੇ ਤੁਹਾਨੂੰ ਗ੍ਰਾਫ, ਸੋ ਅਸੀਂ ਫਿਰ ਉਹਦੇ ਵਿੱਚ ਇਸ ਚੀਜ਼ ਨੂੰ ਹਟਾ ਦੇਣਾ ਹੈ। ਸੋ ਅਸੀਂ ਨਾउन ਐਡਵਰਬ, ਨਾउन ਇਨਕਰੀਜ਼ डिक्रीज, टू ऑफ ਛੱਡ ਕੇ ਸਿਰਫ ਅਸੀਂ ਫਿਰ ਨੰਬਰ ਜਾਂ ਫਿਰ ਟਾਈਮ ਦੇ ਦਾਂਗੇ। ਉਸ ਤੋਂ ਬਾਅਦ ਅਸੀਂ ਨੰਬਰ ਦੇਤਾ 39,000, ਦੇਖੋ 40 ਤੋਂ ਥੋੜਾ ਜਿਹਾ ਘੱਟ ਹੈ, ਨੀਅਰਲੀ ਬਿਕਾਜ਼ एग्जैक्ट सानू नहीं पता, राइट। सो इस करके ਅਸੀਂ ਨੀਅਰਲੀ ਲਗਾਤਾ। देन 39,000 विजिटर्स इन जनवरी एंड फैब्रुअरी, ਸਾਡਾ ਡਨ ਹੋ ਗਿਆ। ਨੈਕਸਟ ਦੇਖੋ ਹੁਣ ਪੂਰੇ ਗ੍ਰਾਫ ਦੇ ਵਿੱਚ ਜੇ ਅਮਰੀਕਨ ਕਲੱਬ ਦੇ ਵਿੱਚ ਇਹ ਸਭ ਤੋਂ ਮੈਕਸਿਮਮ ਸੀ, ਤਾਂ ਸਭ ਤੋਂ ਲੋਐਸਟ ਇਹ ਵਾਲਾ ਜੈਪਨੀਜ਼ ਕਲੱਬ ਦਾ ਹੈਗਾ ਇਨ ਦਾ ਮੰਥ ਆਫ ਮਾਰਚ। ਸੋ ਇਹਨੂੰ ਅਸੀਂ ਕਿੱਦਾਂ ਲਿਖਾਂਗੇ, ਅਸੀਂ ਅਮਰੀਕਨ ਕਲੱਬ ਦੇ ਵਿੱਚ ਗੱਲ ਕੀਤੀ ਸੀ ਇਟ ਟੱਚ ਦ ਪੀਕ ਮੈਕਸਿਮਮ, ਸੋ ਇਹਦੇ ਵਿੱਚ ਸਭ ਤੋਂ ਲੋਐਸਟ ਅਸੀਂ ਕਿੱਦਾਂ ਲਿਖਾਂਗੇ, ਇਨ ਮਾਰਚ, ਰਾਈਟ। it means Japanese club visitors ਦੀ ਗੱਲ ਕੀਤੀ, it ਸਾਡਾ ਸਬਜੈਕਟ ਹੈ। ਹੁਣ ਦੇਖੋ ਅਗਲਾ ਸਬਜੈਕਟ ਹੈ ਗਿਆ it touched the low point of, so touched verb ਦੀ second form, low point ਸਭ ਤੋਂ ਘੱਟ, of ਕਿੰਨਾ 20,000 ਹੈ, so 20,000, ठीक है। सो टाइम आ गया, इदा भी आ सकता है it touched the low point of 20,000 in the month of March, इदा भी लिख सकते हो तुसी। सो it touched the low point ਅਸੀਂ ਇਹ ਤਦ ਯੂਜ਼ ਕਰਨਾ ਹੈ ਜਦ ਗ੍ਰਾਫ ਦੇ ਵਿੱਚ ਸਭ ਤੋਂ ਘੱਟ ਜਿਹਨੂੰ ਵੀ ਅਸੀਂ ਡਿਸਕ੍ਰਾਈਬ ਕਰਨਾ, ਤਦ ਅਸੀਂ ਇਸ ਐਕਸਪ੍ਰੈਸ਼ਨ ਨੂੰ ਯੂਜ਼ ਕਰਨਾ, ਰਾਈਟ। ਨੈਕਸਟ ਦੇਖੋ ਹੁਣ ਸਾਡਾ April May ਰਹਿ ਗਿਆ। April May ਦੇ ਵਿੱਚ ਇਹ ਕਾਂਸਟੈਂਟ ਨੇ ਦੋਨੋਂ, ਸੋ in April and May it stagnated around 40,000, stagnated, ਹੁਣ ਤੁਸੀਂ ਇੱਥੇ stagnated, it remained stable, it stayed constant, ਕੁਝ ਵੀ ਯੂਜ਼ ਕਰ ਸਕਦੇ ਹੋ। again it stagnated around, ਹੁਣ ਤੁਸੀਂ ਦੇਖੋ ਇਹ 40,000 ਅਰਾਊਂਡ ਹੈ, ਅਰਾਊਂਡ ਕਿਉਂਕਿ ਥੋੜਾ ਜਿਹਾ ਉੱਪਰ ਲੱਗ ਰਿਹਾ ਸਾਨੂੰ, ਸੋ ਅਸੀਂ ਅਰਾਊਂਡ ਯੂਜ਼ ਕਰਤਾ 40,000। ਐਂਡ ਦੈਨ ਐਂਡ ਦੇ ਵਿੱਚ ਤੁਸੀਂ ਦੇਖੋ ਫਿਰ ਇਹ 20 ਤੋਂ ਥੋੜਾ ਜਿਹਾ ਉੱਪਰ 40 ਔਰ 20 ਦੇ ਵਿੱਚ ਹੈ, ਸੋ ਆਲਮੋਸਟ 30 ਹੈ, ਰਾਈਟ। ਸੋ ਅਸੀਂ ਪਿੱਛੇ ਯੂਜ਼ ਕੀਤਾ ਸੀ ended up, ਇੱਥੇ ਅਸੀਂ ਯੂਜ਼ ਕਰਤਾ finished, and finished at 30,000 ਨੰਬਰ ਆ ਗਿਆ in June ਜਾਂ in the month of June. So this is all about the description of sada ਅੱਜ ਦਾ paragraph. I hope it's clear to you. So now talking about the last part of our task 1, conclusion. हम conclusion ਚ ਤੁਸੀਂ ਦੇਖੋ ਅਸੀਂ ਕੀ ਲਿਖਣਾ ਹੈ। conclusion ਚ ਅਸੀਂ maximum ਤੇ minimum, ਹੁਣ ਇਹਦੇ ਵਿੱਚ maximum ਅਮਰੀਕਨ ਕਲੱਬ ਸੀ ਔਰ minimum ਸਾਡਾ ਜਾਪਨੀਜ਼ ਕਲੱਬ ਸੀ, maximum minimum ਲਿਖਦੇ ਆ, ਰਾਈਟ। ਜਾਂ ਓਵਰਆਲ ਜਿਹੜੀ ਵੀ ਇੰਪੋਰਟੈਂਟ ਚੀਜ਼ਾਂ ਸੀ ਲਿਖਦੇ ਆ। ਨਾਓ ਲੈਟਸ ਸੀ ਹੁਣ in conclusion American club was the clear winner with maximum visitors, क्योंकि maximum American club ਦਾ 1 ਲੱਖ ਤੱਕ ਸੀ, ਅਸੀਂ ਲਿਖਦੇ clear winner ਕਿ ਅੱਜ ਸਭ ਤੋਂ ਜ਼ਿਆਦਾ maximum visits ਹੋਈਆਂ, right। then on the contrary, ਉਸ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ overall ਵੀ ਮੈਂ ਇੱਥੇ ਲਿਖਿਆ ਕਿ ਜੇ ਤੁਸੀਂ ਇੱਥੇ in conclusion ਦੀ ਜਗ੍ਹਾ ਤੁਸੀਂ overall use ਕਰਨਾ ਹੈ, right, ਤੇ ਇਹਨੂੰ ਤੁਸੀਂ ਜੇ ਤੁਸੀਂ overall in conclusion ਦੀ ਜਗ੍ਹਾ ਲਿਖਣਾ ਹੈ ਤਾਂ ਤੁਸੀਂ ਇਹਨੂੰ introduction ਤੋਂ ਬਾਅਦ ਲਿਖੋਗੇ। ਮੈਂ ਆਲਰੇਡੀ ਇਹਨੂੰ ਸਟਰਕਚਰ ਦੱਸਿਆ ਕਿ ਸਾਡੇ 3 ਪੈਰਾਗ੍ਰਾਫਸ ਬਣਨੇ ਆ, introduction, description and conclusion। ਜੇ ਤੁਸੀਂ overall ਲਿਖਣਾ ਹੈ ਤੇ introduction ਤੋਂ ਬਾਅਦ ਆਏਗਾ, ਪਰ ਜੇ ਤੁਸੀਂ conclusion ਲਿਖਣਾ ਹੈ ਤੇ ਫਿਰ end ਵਿੱਚ ਆਏਗਾ, right। so in conclusion ਅਸੀਂ ਲਾਈਨ ਕਰਦੇ ਹੁਣ on the contrary, ਕਿਉਂਕਿ ਇਹਦਾ opposite ਅਸੀਂ highest ਨੂੰ ਡਿਸਕਸ ਕੀਤਾ ਔਰ opposite on the contrast, on the opposite ਜਿਹੜਾ ਜਾਪਨੀਜ਼ ਕਲੱਬ ਸੀ ਸਭ ਤੋਂ ਲੋ ਸੀ, ਸੋ ਜਾਪਨੀਜ਼ ਕਲੱਬ ਡੈਮੋਨਸਟ੍ਰੇਟਡ, ਅਸੀਂ ਉਹੀ ਫਾਰਮੂਲਾ ਦਾ ਯੂਜ਼ ਕੀਤਾ verb ਵਾਲਾ, ਡੈਮੋਨਸਟ੍ਰੇਟਡ, ਰਿਪੋਰਟਡ, ਸ਼ੋਡ, ਕੁਝ ਵੀ ਤੁਸੀਂ ਲਿਖ ਸਕਦੇ ਹੋ। ਸੋ ਜਾਪਨੀਜ਼ ਕਲੱਬ ਡੈਮੋਨਸਟ੍ਰੇਟਡ ਲੀਸਟ ਨੰਬਰ ਆਫ ਵਿਜ਼ਿਟਰਸ, ਸਭ ਤੋਂ ਘੱਟ ਸੀਗੇ, ਰਾਈਟ। ਹੁਣ ਅਸੀਂ ਬਾਕੀ ਤੁਸੀਂ ਜਿਹੜੇ ਸਾਡੇ 2 ਕਲੱਬਸ ਬਚ ਗਏ ਫ੍ਰੈਂਚ ਔਰ ਬ੍ਰਿਟਿਸ਼, ਇਹ ਆਲਮੋਸਟ ਤੁਸੀਂ ਦੇਖੋ ਸਾਰੇ ਮੰਥ ਸੇ ਜ਼ਿਆਦਾ ਇਹਦੇ ਵਿੱਚ ਕੋਈ ਇਨਕਰੀਜ਼ ਐਂਡ ਡਿਕਰੀਜ਼ ਨਹੀਂ ਆਏ, ਕਨਸਟੈਂਟ ਹੀ ਰਹੇ ਨੇ ਪੂਰੇ ਟਾਈਮ 6 months ਦੇ ਵਿੱਚ, ਅਸੀਂ ਉਹ ਵੀ ਲਿਖ ਦਿੱਤਾ। ਸੋ ਫ੍ਰੈਂਚ ਕਲੱਬ ਐਂਡ ਬ੍ਰਿਟਿਸ਼ ਕਲੱਬ ਰਿਮੇਨਡ ਅਪਰੋਕਸੀਮੇਟਲੀ ਸੇਮ, ਅਪਰੋਕਸੀਮੇਟਲੀ ਇਸ ਕਰਕੇ ਬਿਕਾਜ਼ प्रॉपर सेम नहीं है, थोड़े बहुत चेंजेस है ने थ्रू आउट द टाइम। सो पूरे ऑलरेडी पूरे 6 months ਦੇ ਵਿੱਚ पूरा constant ही रहा। सो दिस वाज आवर कंक्लूजन, ਅਸੀਂ पूरा जो भी ਸਾਡਾ ਇਹਦਾ ਨਿਚੋੜ ਸੀ ਅਸੀਂ ਇਹਨੂੰ ਕੰਕਲੂਜਨ ਚ ਲਿਖ ਦਿੱਤਾ। ਸੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਏਗੀ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਜਾਂ ਤੁਸੀਂ ਕੀ ਚਾਹੁੰਦੇ ਹੋ ਅਸੀਂ ਅਪਕਮਿੰਗ ਵੀਡੀਓਜ਼ 'ਚ ਕੀ ਟੌਪਿਕਸ ਲੈ ਕੇ ਆਏ, ਸਾਨੂੰ ਕਮੈਂਟ ਬਾਕਸ 'ਚ ਦੱਸੋ। ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਡੂ ਸ਼ੇਅਰ ਇਟ ਵਿਦ ਯੋਰ ਫਰੈਂਡਸ ਐਂਡ ਫੈਮਿਲੀ ਔਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ। ਟਿਲ ਦੈਨ keep learning, keep practicing and keep subscribing your only English learning channel, True Stone English Guru.